ਸ੍ਰੀ ਹਰਿ ਗੋਬਿੰਦ ਸੁਭ ਸਮਤ ਪਰਕਾਸ਼ਕ। ਸ੍ਰੀ ਹਰਿ ਰਾਏ ਨਮੋ ਕਰ ਜੋਰੀ, ਨਮੋ ਕਰ ਜੋਰੀ। ਸ੍ਰੀ ਹਰਿ ਕ੍ਰਿਸ਼ਨ ਮਨਾਏ ਬਹੋਰੀ। ਤੇਗ ਬਹਾਦਰ ਪਰਮ ਕਿਰਪਾਲ, ਸਤਿਗੁਰ ਪਰਮ ਕਿਰਪਾਲਾ। ਸ੍ਰੀ ਗੁਰੂ ਗੋਬਿੰਦ ਸਿੰਘ ਵਿਸਾਲਾ। ਤਾਰੋਂ ਤਾਰਾ ਪਰ ਪੁਨ ਪੁਨ ਸੀਸਾ ਜੀ, ਪੁਨ ਪੁਨ ਸੀਸਾ। ਬੰਦੋ ਬਾਰ ਬਾਰ ਜਗਦੀਸਾ। ਦੋਹਰਾ। ਇੱਕ ਦਿਨ ਬੈਠੇ ਸਤਿਗੁਰੂ ਇੱਕ ਲੜਕਾ ਤਹ ਆਏ, ਕਰ ਬੰਧਨ ਸਨਮੁਖ ਰਿਓ ਸੁੰਦਰ ਅੰਗ ਸਜਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰਾਂ ਦੀ ਸਾਜੀ ਨਵਾਜੀ ਗੁਰੂ ਕੀ ਸੰਗਤ। ਆਪ ਸੰਗਤਾਂ ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਸੁਭਾਏਮਾਨ ਹੋ ਰਹੇ ਹੋ। ਆਪਾਂ ਸਾਹਿਬ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਇਤਿਹਾਸ ਸਰਵਣ ਕਰਨ ਵਾਸਤੇ ਸਤਿਗੁਰਾਂ ਦੇ ਦਰਬਾਰ ਵਿੱਚ ਸੁਸ਼ੋਭਿਤ ਹੋਏ ਹਾਂ। ਆਓ ਕੁਝ ਸਮੇਂ ਲਈ ਆਪਣੇ ਮਨ ਦਾ ਧਿਆਨ ਟਿਕਾਈਏ, ਭਾਵਨਾ ਦੇ ਨਾਲ ਸਤਿਗੁਰਾਂ ਦੇ ਅੰਮ੍ਰਿਤ ਬਚਨ ਸਰਵਣ ਕਰੀਏ। ਮਿਲ ਕੇ ਆਖੀਏ ਸਤਿਨਾਮ ਸ਼੍ਰੀ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ। ਇੱਕ ਦਿਨ ਬੈਠੇ ਸਤਿਗੁਰੂ ਇੱਕ ਲੜਕਾ ਤਹ ਆਏ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਇੱਕ ਦਿਨ ਅਨੰਦਪੁਰ ਸਾਹਿਬ ਦੇ ਵਿੱਚ, ਜਿਸ ਤਰ੍ਹਾਂ ਆਪਾਂ ਦੀਵਾਨ ਵਿੱਚ ਬੈਠੇ ਆ ਨਾ ਕਥਾ ਸਰਵਣ ਕਰਨ ਵਾਸਤੇ, ਇਸ ਤਰ੍ਹਾਂ ਸੰਗਤ ਬੈਠੀ ਮਹਾਰਾਜ ਦੇ ਕੋਲ ਆ ਕੇ। ਉਹਨਾਂ ਸੰਗਤਾਂ ਦੇ ਵਿੱਚ ਇੱਕ ਲੜਕਾ ਆਇਆ, ਨੌਜਵਾਨ, ਇੱਕ ਗੱਭਰੂ ਜਿਹੜਾ ਲੜਕਾ ਹੈ, ਉਹ ਸੰਗਤ ਦੇ ਵਿੱਚ ਆਇਆ ਤੇ ਜਿੱਥੇ ਸਤਿਗੁਰੂ ਬੈਠੇ ਸਨ ਉਹ ਲੜਕਾ ਮਹਾਰਾਜ ਜੀ ਦੇ ਕੋਲ ਪਹੁੰਚਾ ਹੈ। ਕਰ ਬੰਧਨ ਸਨਮੁਖ ਖਰਿਓ ਸੁੰਦਰ ਅੰਗ ਸਜਾਏ। ਇਹਨੇ ਆ ਕੇ ਨੌਜਵਾਨ ਲੜਕੇ ਨੇ ਮਹਾਰਾਜ ਨੂੰ ਮੱਥਾ ਟੇਕਿਆ। ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮੱਥਾ ਟੇਕਣ ਤੋਂ ਉਪਰੰਤ ਸਤਿਗੁਰਾਂ ਦੇ ਸਾਹਮਣੇ ਖੜਾ ਹੋ ਗਿਆ ਤੇ ਇਹਦੇ ਬੜੇ ਸੋਹਣੇ ਨੈਣ ਨਕਸ਼, ਬੜਾ ਸੋਹਣਾ ਇਹਦਾ ਰੰਗ ਰੂਪ ਹੈ, ਨੈਣ ਨਕਸ਼ ਬੜੇ ਸੋਹਣੇ, ਉੱਚਾ ਲੰਮਾ ਜਵਾਨ ਗੱਭਰੂ ਹੈ। ਮੱਥਾ ਟੇਕਿਆ, ਨਮਸਕਾਰ ਕੀਤੀ ਸਤਿਗੁਰਾਂ ਨੂੰ ਤੇ ਮਹਾਰਾਜ ਦੇ ਸਾਹਮਣੇ ਖੜਾ ਹੋ ਗਿਆ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਜਦੋਂ ਇਸ ਦੇ ਵੱਲ ਦੇਖਿਆ ਹੈ, ਨਿਸ਼ਾਨੀ ਛੰਦ ਕਲਗੀਧਰ ਅਵਲੋਕ ਕੈ ਬੋਲੇ ਤਿਸ ਕਾਲਾ। ਸਤਿਗੁਰੂ ਪਾਤਸ਼ਾਹ ਦੀ ਨਿਗਾਹ ਪਈ ਲੜਕੇ ਦੇ ਵੱਲ ਵੀ, ਸਾਹਮਣੇ ਖਲੋਤਾ ਬੜਾ ਸੋਹਣਾ ਸੁੰਦਰ ਜਵਾਨ ਹੈ। ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਵੇਖਿਆ ਇਸ ਲੜਕੇ ਦੇ ਵੱਲ ਤੇ ਵੇਖ ਕੇ ਨਾ ਮਹਾਰਾਜ ਸਾਹਿਬ ਜੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਫਿਰ ਆਪਣੇ ਮੁਖ ਤੋਂ ਕਹਿਣ ਲੱਗੇ ਹਨ, ਕਹਿ ਕੋ ਸੁਤ ਲੜਕੇ ਕਹੋ ਕਿਸ ਪੁਰ ਮੈਂ ਸ਼ਾਲਾ। ਸਤਿਗੁਰੂ ਕਹਿਣ ਲੱਗੇ ਤੂੰ ਕਿਹਦਾ ਪੁੱਤਰ ਹੈ, ਸਾਨੂੰ ਆਪਣੇ ਘਰ ਦਾ ਪਤਾ ਦੱਸ ਵੀ ਤੂੰ ਪੁੱਤਰ ਕਿਹਦਾ ਹੈ, ਔਰ ਤੂੰ ਕਿਹੜੇ ਪਿੰਡ ਦੇ ਰਹਿਣ ਵਾਲਾ ਹੈ, ਤੇਰਾ ਪਿੰਡ ਕਿਹੜਾ, ਗ੍ਰਾਂ ਕਿਹੜਾ, ਕਿਹੜੇ ਸ਼ਹਿਰ ਦੇ ਰਹਿਣ ਵਾਲਾ ਹੈ, ਤੇਰੇ ਬਾਪ ਦਾ ਕੀ ਨਾਮ ਹੈ।
ਮਹਾਰਾਜ ਨੇ ਇਹ ਬਚਨ ਉਸ ਲੜਕੇ ਨੂੰ ਪੁੱਛੇ ਹਨ। ਜਾਤ ਗੋਤ ਹੈ ਕਵਨ ਤੁਬ ਸੁਨ ਤਾਹੇ ਬਤਾਇਓ। ਸਤਿਗੁਰੂ ਪਾਤਸ਼ਾਹ ਕਹਿੰਦੇ ਵੀ ਤੇਰੀ ਜਾਤ ਕੀ ਹੈ, ਆਪਣੀ ਜਾਤ ਬਾਰੇ ਵੀ ਦੱਸ, ਔਰ ਉਸ ਜਾਤ ਵਿੱਚ ਤੇਰੀ ਗੋਤ ਕੀ ਹੈ, ਆਪਣੀ ਗੋਤਰ ਗੋਤ ਜਿਹੜੀ ਹੈ ਉਹ ਵੀ ਸਾਨੂੰ ਦੱਸ। ਤੂੰ ਕਿਹੜੇ ਸ਼ਹਿਰ ਦੇ ਰਹਿਣ ਵਾਲਾ ਹੈ, ਤੇਰੇ ਬਾਪ ਦਾ ਕੀ ਨਾਮ ਹੈ, ਤੇਰੀ ਆਪਣੀ ਜਾਤ ਗੋਤ ਕੀ ਹੈ, ਇਹ ਸਾਨੂੰ ਦੱਸ। ਧੰਨ ਦਸਵੇਂ ਪਾਤਸ਼ਾਹ ਨੇ ਆਪਣੀ ਮੁਬਾਰਕ ਰਸਨਾ ਤੋਂ ਇਸ ਬੱਚੇ ਨੂੰ, ਇਸ ਲੜਕੇ ਨੂੰ ਸਵਾਲ ਪੁੱਛੇ ਹਨ। ਸਤਿਗੁਰ ਸੱਚੇ ਪਾਤਸ਼ਾਹ ਮੈਂ ਸਰਨੀ ਆਇਓ। ਇਸ ਨੇ ਉਸ ਵੇਲੇ ਸਤਿਗੁਰਾਂ ਦੇ ਅੱਗੇ ਬੇਨਤੀ ਕੀਤੀ। ਲੜਕੇ ਨੇ ਕਹਿਣ ਲੱਗਾ, ਮਹਾਰਾਜ ਮੈਂ ਆਪ ਜੀ ਦੀ ਸ਼ਰਨ ਵਿੱਚ ਚੱਲ ਕੇ ਆਇਆ, ਮੈਂ ਆਪ ਜੀ ਦੀ ਸ਼ਰਨ ਵਿੱਚ ਪਹੁੰਚਾ ਹਾਂ। ਪਾਹੋ ਲਖੰਡੇ ਕੀ ਲਈ ਮੋਲੇ ਕਾ ਬੇਟਾ। ਮਹਾਰਾਜ ਮੈਂ ਤੁਹਾਡਾ ਅੰਮ੍ਰਿਤ ਛਕਿਆ ਹੋਇਆ, ਮੈਂ ਅੰਮ੍ਰਿਤਧਾਰੀ ਗੁਰਸਿੱਖ ਹਾਂ। ਮੈਂ ਇਥੋਂ ਪੰਜਾਂ ਪਿਆਰਿਆਂ ਦੇ ਕੋਲੋਂ ਅੰਮ੍ਰਿਤ ਦੀ ਦਾਤ ਪ੍ਰਾਪਤ ਕੀਤੀ ਹੈ। ਮੇਰੇ ਬਾਪ ਦਾ ਨਾਮ ਭਾਈ ਮੋਲਾ ਜੀ ਹੈ। ਸਤਿਗੁਰਾਂ ਨੇ ਪੁੱਛਿਆ ਨਾ ਵੀ ਤੂੰ ਪੁੱਤਰ ਕਿਹਦਾ, ਇਹਨੇ ਆਪਣੇ ਬਾਪ ਦਾ ਨਾਮ ਦੱਸਿਆ। ਕਹਿਣ ਲੱਗਾ, ਮਹਾਰਾਜ ਮੇਰੇ ਬਾਪ ਦਾ ਨਾਮ ਹੈ ਭਾਈ ਮੋਲਾ ਜੀ, ਅਤੇ ਮੈਂ ਆਪ ਜੀ ਦੇ ਕੋਲੋਂ ਅੰਮ੍ਰਿਤ ਦੀ ਦਾਤ ਪ੍ਰਾਪਤ ਕੀਤੀ ਹੈ। ਇਤਨੇ ਲੀਨੀ ਚਰਨ ਕੀ ਕਛ ਦੇ ਤੁਮ ਭੇਟਾ। ਸਤਿਗੁਰੂ ਪਾਤਸ਼ਾਹ ਜੀ ਮੇਰੇ ਪਿਤਾ ਨੇ ਚਰਨਾ ਅੰਮ੍ਰਿਤ ਲਿਆ ਹੈ। ਇਹ ਆਪਾਂ ਬਚਨ ਅੱਗੇ ਕਈ ਵਾਰੀ ਸਰਵਣ ਕੀਤਾ ਹੈ। ਗੁਰੂ ਨਾਨਕ ਦੇਵ ਪਾਤਸ਼ਾਹ ਤੋਂ ਲੈ ਕੇ ਗੁਰੂ ਤੇਗ ਬਹਾਦਰ ਪਾਤਸ਼ਾਹ ਤੱਕ ਜਦੋਂ ਕੋਈ ਸਿੱਖ ਸਿੱਖੀ ਧਾਰਨ ਕਰਦਾ ਤੇ ਉਹਨੂੰ ਚਰਨਾ ਅੰਮ੍ਰਿਤ ਮਿਲਦਾ ਸੀ। ਚਰਨ ਧੋ ਕੇ ਮਹਾਰਾਜ ਦੇ ਤੇ ਉਹ ਅੰਮ੍ਰਿਤ ਮਿਲਣਾ, ਇਸ ਤਰ੍ਹਾਂ ਸਿੱਖੀ ਪ੍ਰਾਪਤ ਹੁੰਦੀ। ਦਸਵੇਂ ਪਾਤਸ਼ਾਹ ਨੇ ਉਸ ਅੰਮ੍ਰਿਤ ਨੂੰ ਖੰਡੇ ਬਾਟੇ ਦਾ ਰੂਪ ਦਿੱਤਾ ਵੀ ਅੱਜ ਤੋਂ ਬਾਅਦ ਜਿਹਨੇ ਸਿੱਖ ਬਣਨਾ ਉਹਨੂੰ ਖੰਡੇ ਬਾਟੇ ਦਾ ਅੰਮ੍ਰਿਤ ਛਕਣਾ ਪਵੇਗਾ। ਇਹ ਬੇਨਤੀ ਕਰਦਾ, ਕਹਿਣ ਲੱਗਾ ਵੀ ਮੇਰੇ ਪਿਤਾ ਨੇ ਮਹਾਰਾਜ ਚਰਨਾ ਪੌ ਲਈ ਹੈ ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਜੀਆਂ ਦੇ ਕੋਲੋਂ, ਅਤੇ ਜਥਾ ਸ਼ਕਤ ਜੋ ਅਸੀਂ ਭੇਟਾ ਦੇ ਸਕਦੇ ਹਾਂ, ਸੇਵਾ ਕਰ ਸਕਦੇ ਹਾਂ, ਉਹ ਮੇਰੇ ਪਿਤਾ ਨੇ ਆਪ ਜੀ ਦੇ ਘਰ ਦੀ ਕੀਤੀ ਹੈ। ਬਾਸੀ ਸ਼ਹਿਰ ਸਰਹੰਦ ਕੇ ਹਮ ਸਿੱਖ ਤੁਮਾਰੇ। ਸਤਿਗੁਰੂ ਪਾਤਸ਼ਾਹ ਅਸੀਂ ਸਰਹੰਦ ਦੇ ਰਹਿਣ ਵਾਲੇ ਹਾਂ। ਮਹਾਰਾਜ ਨੇ ਦੂਜਾ ਬਚਨ ਇਹ ਪੁੱਛਿਆ ਸੀ ਨਾ ਵੀ ਤੂੰ ਕਿੱਥੋਂ ਦੇ ਰਹਿਣ ਵਾਲਾ। ਇਹ ਮਹਾਰਾਜ ਦੀ ਗੱਲ ਦਾ ਜਵਾਬ ਦਿੰਦਾ ਪਿਆ ਵੀ ਮਹਾਰਾਜ ਮੇਰਾ ਜਿਹੜਾ ਗ੍ਰਾਂ ਨਗਰ ਹੈ ਨਾ ਉਹ ਸਰਹੰਦ ਹੈ, ਮੈਂ ਸਰਹੰਦ ਨਗਰ ਦੇ ਰਹਿਣ ਵਾਲਾ ਹਾਂ। ਸੁਨ ਬੋਲੇ ਸ਼੍ਰੀ ਸਤਿਗੁਰੂ ਅਬ ਘਰੋ ਉਚਾਰੇ। ਸਤਿਗੁਰੂ ਪਾਤਸ਼ਾਹ ਮਹਾਰਾਜ ਕਹਿਣ ਲੱਗੇ, ਇਹ ਤੇ ਪਤਾ ਲੱਗ ਗਿਆ ਵੀ ਤੂੰ ਸਰਹੰਦ ਦੇ ਰਹਿਣ ਵਾਲਾ ਹੈ, ਪਰ ਇੱਕ ਬਚਨ ਤੈਨੂੰ ਅਸੀਂ ਹੁਣ ਪੁੱਛਣ ਲੱਗੇ ਆ, ਤੇ ਸੱਚ ਸੱਚ ਚੰਗੀ ਤਰ੍ਹਾਂ ਇੱਕ ਤਰੀਕੇ ਦੇ ਨਾਲ ਉਹ ਬਚਨ ਸਾਨੂੰ ਦੱਸਣਾ ਕਰ ਜੋ ਤੇਰੇ ਕੋਲੋਂ ਪੁੱਛਾਂਗੇ। ਵਸਦੀ ਸ਼ਹਿਰ ਸਰਹੰਦ ਹੈ ਕਹਿ ਭਇਓ ਉਜਾਰੇ। ਸਤਿਗੁਰੂ ਪਾਤਸ਼ਾਹ ਕਹਿੰਦੇ ਸਰਹੰਦ ਵਸਦਾ ਪਿਆ ਕਿ ਉਜੜ ਗਿਆ। ਉਹ ਜਿਹੜਾ ਲੜਕਾ ਆਇਆ ਨਾ ਸਰਹੰਦ ਨਗਰ ਜਿਹੜਾ ਦੱਸਦਾ ਪਿਆ, ਮਹਾਰਾਜ ਪੁੱਛਦੇ ਕਹਿਣ ਲੱਗੇ ਜਿਹੜੀ ਸਰਹੰਦ ਨਗਰੀ ਹੈ ਉਹ ਵਸਦੀ ਪਈ ਹੈ ਕਿ ਉਜੜ ਗਈ ਹੈ। ਇਹ ਸੱਚਾ ਬਚਨ ਜਿਹੜਾ ਸਾਨੂੰ ਦੱਸਣਾ ਕਰ। ਅਪਰਾਧੀ ਹਵੈ ਹੈ ਤੁਰਕ ਬਸ ਜਿਸੀ ਮਝਾਰੇ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਇਸ ਸਰਹੰਦ ਦੇ ਵਿੱਚ ਅਪਰਾਧੀ ਮੁਗਲ ਰਹਿੰਦੇ ਨੇ, ਜਿਹੜੇ ਅਪਰਾਧ ਕਰਦੇ, ਪਾਪ ਕਰਦੇ, ਕਿਉਂਕਿ ਸਰਹੰਦ ਜਿਹੜੀ ਹੈ ਨਾ ਇੱਥੋਂ ਦਾ ਸੂਬਾ ਹੈ ਵਜ਼ੀਰ ਖਾਨ। ਜਿਵੇਂ ਆਪਾਂ ਕਹਿ ਦਿੰਦੇ ਆ ਨਾ ਵੀ ਕਿਸੇ ਰਾਜ ਦੀ ਰਾਜਧਾਨੀ ਹੁੰਦੀ ਹੈ, ਇਹ ਸਰਹੰਦ ਜਿਹੜੀ ਹੈ ਰਾਜਧਾਨੀ ਸਮਝ ਲਈਏ ਇੱਕ ਸਟੇਟ ਦੀ। ਤੇ ਇੱਥੇ ਬੜੇ ਬੜੇ ਵੱਡੇ ਮੁਗਲ ਜਿਹੜੇ ਉਸ ਸਮੇਂ ਦੇ ਅਫਸਰ ਸਨ, ਸਾਰਾ ਕੁਝ ਵੇਖਣ ਵਾਲੇ, ਕਰਨ ਕਰਾਉਣ ਵਾਲੇ, ਸਾਰੇ ਸਰਹੰਦ ਵਿੱਚ ਰਹਿੰਦੇ। ਮਹਾਰਾਜ ਕਹਿਣ ਲੱਗੇ ਇਸ ਵੇਲੇ ਮੁਗਲਾਂ ਦਾ ਰਾਜ ਹੈ ਤੇ ਵੱਡੇ ਅਫਸਰ, ਵੱਡੇ ਮੰਤਰੀ ਸਾਰੇ ਸਰਹੰਦ ਵਿੱਚ ਰਹਿੰਦੇ ਨੇ, ਜਿਹੜੇ ਕਿ ਬੜੇ ਬੜੇ ਵੱਡੇ ਅਪਰਾਧ ਕਰਦੇ ਹਨ। ਸੁਨ ਸੁਨਿਆਰੇ ਪਹਿਲ ਸਿੰਘ ਕਰ ਜੋਰ ਬਖਾਨਾ। ਕਹਿਣ ਲੱਗੇ ਵੀ ਇਹ ਜਿਹੜਾ ਲੜਕਾ ਹੈ ਨਾ, ਇਸ ਲੜਕੇ ਦਾ ਨਾਮ ਹੈ ਭਾਈ ਪਹਿਲ ਸਿੰਘ ਤੇ ਜਾਤ ਦਾ ਹੈ ਸੁਨਿਆਰਾ। ਮਹਾਰਾਜ ਨੇ ਪੁੱਛਿਆ ਸੀ ਨਾ ਵੀ ਤੇਰੀ ਜਾਤ ਕੀ ਹੈ, ਇਹਨੇ ਦੱਸਿਆ ਵੀ ਮਹਾਰਾਜ ਮੈਂ ਸੁਨਿਆਰਾ ਹਾਂ। ਤੇ ਸਤਿਗੁਰਾਂ ਨੇ ਪੁੱਛਿਆ ਨਾਮ ਕੀ ਹੈ, ਕਹਿੰਦਾ ਜੀ ਨਾਮ ਮੇਰਾ ਹੈ ਭਾਈ ਪਹਿਲ ਸਿੰਘ। ਤੇ ਸਤਿਗੁਰਾਂ ਨੇ ਪੁੱਛਿਆ ਵੀ ਸਰਹੰਦ ਉਜੜ ਗਈ ਹੈ ਕਿ ਵਸਦੀ ਪਈ ਹੈ, ਉਹ ਦੱਸਣ ਵਾਸਤੇ ਫਿਰ ਕਹਿਣ ਲੱਗਾ ਹੈ ਹੋਇ ਹੈ ਸਕਲ ਪ੍ਰਕਾਰ ਕੋ ਜਿਮ ਗੁਰ ਕੋ ਭਾਨਾ। ਸਤਿਗੁਰੂ ਪਾਤਸ਼ਾਹ ਜੀ ਜਿਵੇਂ ਤੁਹਾਡਾ ਭਾਣਾ ਹੋਵੇਗਾ, ਜੇ ਤੁਹਾਡਾ ਭਾਣਾ ਉਜੜਨ ਦਾ ਹੈ ਤੇ ਸਰਹੰਦ ਉਜੜ ਜਾਏਗੀ, ਜੇ ਤੁਹਾਡਾ ਭਾਣਾ ਸਰਹੰਦ ਵਸਦੀ ਰਵੇ ਤੇ ਉਹ ਵਸਦੀ ਰਹੇਗੀ। ਮਹਾਰਾਜ ਹੋਣਾ ਉਹ ਹੈ ਜੋ ਆਪ ਜੀ ਦਾ ਭਾਣਾ ਹੈ, ਜੋ ਤੁਹਾਨੂੰ ਚੰਗਾ ਲੱਗਦਾ ਹੈ
ਉਸੇ ਤਰ੍ਹਾਂ ਹੋਣਾ ਹੈ। ਅਬ ਤੋ ਮੈਂ ਵਸਤੀ ਤਜਿਓ ਢਿਗ ਆਏ ਤੁਮਾਰੇ। ਸਤਿਗੁਰੂ ਜਦੋਂ ਮੈਂ ਆਇਆ ਨਾ ਸਰਹੰਦ ਤੋਂ, ਉਦੋਂ ਤੇ ਚੰਗੀ ਤਰ੍ਹਾਂ ਸਰਹੰਦ ਵਸਦਾ ਪਿਆ, ਮੈਂ ਵਸਦਾ ਹੀ ਛੱਡ ਕੇ ਆਇਆ। ਪਰ ਮਹਾਰਾਜ ਹੁਣ ਮੈਨੂੰ ਆਏ ਨੂੰ ਵੀ 2-4 ਦਿਨ ਹੋ ਗਏ, ਹੁਣ ਬਾਅਦ ਵਿੱਚ ਨਹੀਂ ਪਤਾ ਵੀ ਉਹ ਵਸਦਾ ਪਿਆ ਕਿ ਉਜੜ ਗਿਆ, ਪਰ ਜਦੋਂ ਮੈਂ ਆਇਆ ਸੀ ਉਦੋਂ ਸਰਹੰਦ ਬਿਲਕੁਲ ਵਸਦਾ ਪਿਆ ਹੈ। ਮੈਂ ਵਸਦੇ ਆਪਣੇ ਸ਼ਹਿਰ ਨੂੰ ਛੱਡ ਕੇ ਤੁਹਾਡੇ ਕੋਲ ਆਇਆ ਹਾਂ। ਗੁਰੂ ਕਹਿਓ ਘਰ ਕੋ ਜੋ ਨਰ ਕੋ ਤੋਹੇ ਸੰਗਾਰੇ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਤੇਰੇ ਨਾਲ ਕੌਣ ਆਇਆ? ਸਰਹੰਦ ਤੋਂ ਕੱਲਾ ਹੀ ਚੱਲ ਕੇ ਆਇਆ ਵੀ ਤੇਰੇ ਨਾਲ ਵੀ ਕੋਈ ਆਇਆ? ਤੇਰਾ ਮਾਤਾ ਪਿਤਾ, ਕੋਈ ਭੈਣ ਭਰਾ, ਕੋਈ ਹੋਰ ਰਿਸ਼ਤੇਦਾਰ ਕੋਈ ਨਾਲ ਆਇਆ ਤੇਰੇ? ਮਹਾਰਾਜ ਨੇ ਇੱਕ ਹੋਰ ਸਵਾਲ ਕੀਤਾ ਵੀ ਕੌਣ ਆਇਆ ਤੇਰੇ ਨਾਲ, ਕਿ ਜਾਂ ਕੱਲਾ ਹੀ ਆਇਆ? ਇਹ ਸਾਨੂੰ ਦੱਸਣਾ ਕਰ। ਬਹੁਰ ਕਹਿਓ ਲੜਕੇ ਤਬੈ ਪਿਤ ਮ੍ਰਿਤ ਦਿਨ ਥੋੜੇ। ਇਸ ਲੜਕੇ ਨੇ ਆਖਿਆ, ਕਹਿਣ ਲੱਗਾ ਜੀ ਮੇਰਾ ਜਿਹੜਾ ਪਿਤਾ ਹੈ ਨਾ ਉਹ ਥੋੜੇ ਦਿਨ ਪਹਿਲਾਂ ਸਰੀਰ ਛੱਡ ਗਿਆ। ਇਸ ਟਾਈਮ ਮੇਰੇ ਪਿਤਾ ਜਿਨ੍ਹਾਂ ਦਾ ਨਾਮ ਸੀ ਭਾਈ ਮੋਲਾ ਜੀ, ਉਹ ਇਸ ਵੇਲੇ ਸਰੀਰ ਕਰਕੇ ਦੁਨੀਆ ਤੇ ਨਹੀਂ ਰਹੇ। ਮੇਰਾ ਬਾਪ, ਮੇਰਾ ਪਿਤਾ ਥੋੜੇ ਦਿਨ ਪਹਿਲਾਂ ਸਰੀਰ ਛੱਡ ਗਿਆ ਹੈ, ਇਸ ਕਰਕੇ ਮੇਰਾ ਪਿਤਾ ਇਸ ਵੇਲੇ ਨਹੀਂ ਹੈ। ਮਾਤਾ ਆਈ ਹੈ ਇਹਾਂ ਤੁਮ ਚਰਨ ਹੋਰੇ। ਸਤਿਗੁਰੂ ਮੇਰੀ ਮਾਂ ਨਾਲ ਆਈ ਹੈ, ਅਸੀਂ ਦੋਵੇਂ ਮਾਂ ਪੁੱਤ ਆਏ ਹਾਂ। ਪਿਤਾ ਮੇਰਾ ਹੈ ਨਹੀਂ, ਉਹ ਸਵਰਗਵਾਸ ਹੋ ਗਿਆ, ਸਰੀਰ ਛੱਡ ਕੇ ਚਲਾ ਗਿਆ ਇਸ ਦੁਨੀਆ ਤੋਂ। ਪਰ ਮੇਰੀ ਮਾਂ ਜਿਹੜੀ ਹੈ ਉਹ ਮੇਰੇ ਨਾਲ ਆਈ ਹੈ। ਅਸੀਂ ਦੋਨੇ ਮਾਂ ਪੁੱਤਰ ਆਪ ਜੀ ਦੇ ਦਰਸ਼ਨ ਕਰਨ ਵਾਸਤੇ ਆਏ ਹਾਂ। ਕਹਿ ਗੁਰ ਰਹੋ ਹਜ਼ੂਰ ਅਬ ਮਾਤ ਭੇ ਰੱਖੀ ਪਾਸੀ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ, ਕਹਿੰਦੇ ਲੜਕੇ ਫਿਰ ਤੂੰ ਸਾਡੇ ਕੋਲ ਹੀ ਰਹਿ, ਇੱਥੇ ਅਨੰਦਪੁਰ ਸਾਹਿਬ ਦੀ ਧਰਤੀ ਤੇ। ਸਤਿਗੁਰੂ ਕਹਿਣ ਲੱਗੇ ਸਾਡੇ ਕੋਲ ਰਹਿ, ਜੋ ਤੇਰੀ ਮਾਂ ਆਈ ਹੈ ਨਾ, ਮਾਂ ਨੂੰ ਵੀ ਇੱਥੇ ਨਾਲ ਹੀ ਰੱਖ ਲਾ। ਅਸੀਂ ਤੈਨੂੰ ਰਿਹਾਇਸ਼ ਦੇ ਦਿੰਦੇ ਹਾਂ, ਘਰ ਦੇ ਦਿੰਦੇ ਹਾਂ, ਤੂੰ ਇੱਥੇ ਰਹਿ ਸਾਡੇ ਕੋਲ, ਔਰ ਆਪਣੀ ਮਾਂ ਨੂੰ ਵੀ ਇੱਥੇ ਨਾਲ ਹੀ ਰੱਖ ਲਾ। ਸਾਡੇ ਅਨੰਦਪੁਰ ਸਾਹਿਬ ਦੇ ਵਿੱਚ ਤੂੰ ਵਾਸਾ ਕਰਨਾ ਕਰ। ਸੁਨ ਲੜਕੇ ਤਿਮ ਹੀ ਕਰੀ ਜਿਮ ਪ੍ਰਭੂ ਪ੍ਰਕਾਸ਼ੀ। ਜਿਵੇਂ ਮਹਾਰਾਜ ਨੇ ਆਖਿਆ ਨਾ ਵੀ ਤੂੰ ਇੱਥੇ ਰਹਿ, ਆਪਣੀ ਮਾਂ ਨੂੰ ਵੀ ਇੱਥੇ ਹੀ ਰੱਖ ਲਾ, ਦੋਨੇ ਮਾਂ ਪੁੱਤਰ ਇੱਥੇ ਹੀ ਰਹੋ ਸਾਡੇ ਕੋਲ। ਲੜਕੇ ਨੇ ਬਚਨ ਮੰਨਿਆ, ਕਹਿਣ ਲੱਗਾ ਮਹਾਰਾਜ ਠੀਕ ਜਿਵੇਂ ਤੁਸੀਂ ਆਖਦੇ ਹੋ ਅਸੀਂ ਉਸੇ ਤਰ੍ਹਾਂ ਮੰਨ ਲੈਂਦੇ ਹਾਂ। ਇੱਕ ਖੱਤਰੀ ਤੇ ਲੀਨ ਘਰ ਤਹਿ ਮਾਤ ਬਸਾਈ। ਸਤਿਗੁਰਾਂ ਨੇ ਇੱਕ ਘਰ ਖਰੀਦਿਆ। ਅਨੰਦਪੁਰ ਸਾਹਿਬ ਦੇ ਵਿੱਚ ਕੋਈ ਪਰਿਵਾਰ ਰਹਿੰਦਾ, ਉਹ ਘਰ ਵੇਚਣਾ ਚਾਹੁੰਦਾ ਸੀ, ਉਹ ਘਰ ਖਰੀਦ ਕੇ ਤੇ ਸਤਿਗੁਰਾਂ ਨੇ ਉਹ ਘਰ ਇਸ ਲੜਕੇ ਨੂੰ ਦੇ ਦਿੱਤਾ। ਕਹਿਣ ਲੱਗੇ ਵੀ ਆਹ ਤੇਰਾ ਘਰ ਹੈ, ਤੂੰ ਇੱਥੇ ਰਿਹਾ ਕਰ, ਆਪਣੀ ਮਾਤਾ ਨੂੰ ਮਾਂ ਨੂੰ ਵੀ ਇੱਥੇ ਰੱਖ। ਇੱਕ ਸੋਹਣਾ ਘਰ ਖਰੀਦ ਕੇ ਮਹਾਰਾਜ ਨੇ ਦਿੱਤਾ ਹੈ। ਗੁਰ ਹਜ਼ੂਰ ਰਹਿਬੇ ਲੱਗਿਓ ਦਿਨ ਕਿਤਕ ਬਤਾਈ। ਸਤਿਗੁਰਾਂ ਦੇ ਕੋਲ ਇਹ ਲੜਕਾ ਰਹਿਣ ਲੱਗ ਪਿਆ। ਇੱਕ ਦਿਨ ਲੰਘਿਆ, ਹਫ਼ਤਾ ਲੰਘ ਗਿਆ, 15 ਦਿਨ ਲੰਘ ਗਿਆ, ਮਹੀਨਾ ਲੰਘ ਗਿਆ। ਇਸ ਤਰ੍ਹਾਂ ਦਿਨ ਬਤੀਤ ਹੁੰਦੇ ਜਾਂਦੇ ਤੇ ਅਨੰਦਪੁਰ ਸਾਹਿਬ ਦੇ ਵਿੱਚ ਰਹਿੰਦਾ ਹੈ। ਬੂਝਿਓ ਗੁਰ ਇੱਕ ਦਿਨ ਵਿਖੈ ਕਹੋ ਸਿੱਖਾਂ ਮਪਾਹੀ। ਸਤਿਗੁਰਾਂ ਨੇ ਇੱਕ ਦਿਨ ਬੁਲਾਇਆ, ਇੱਕ ਸਿੱਖ ਨੂੰ ਭੇਜਿਆ। ਕਹਿਣ ਲੱਗੇ ਵੀ ਉਹ ਜਿਹੜਾ ਆਪਾਂ ਲੜਕੇ ਨੂੰ ਘਰ ਦਿੱਤਾ ਰਹਿਣ ਵਾਸਤੇ, ਜਾਓ ਉਹਨੂੰ ਬੁਲਾ ਕੇ ਲੈ ਕੇ ਆਓ। ਆ ਗਿਆ ਮਹਾਰਾਜ ਦੇ ਕੋਲ ਤੇ ਸਤਿਗੁਰਾਂ ਨੇ ਪੁੱਛਿਆ ਉਸ ਵੇਲੇ, ਮਹਾਰਾਜ ਨੇ ਕੋਲ ਬਿਠਾ ਲਿਆ। ਕਹਿਣ ਲੱਗੇ ਐ ਭਾਈ ਪਹਿਲ ਸਿੰਘ, ਅਸੀਂ ਤੈਨੂੰ ਬਚਨ ਪੁੱਛਦੇ ਹਾਂ ਤੇ ਦੱਸਣਾ ਕਰ। ਕੰਮ ਜੋ ਹੈ ਸੁਨਿਆਰ ਕੋ ਜਾਣਤ ਕਹਿ ਨਹੀਂ। ਤੂੰ ਇਹ ਗੱਲ ਕਹੀ ਹੈ ਵੀ ਮੈਂ ਸੁਨਿਆਰਿਆਂ ਦਾ ਪੁੱਤਰ ਹਾਂ, ਇਹ ਤੇ ਠੀਕ ਹੈ ਵੀ ਤੇਰਾ ਬਾਪ ਸੁਨਿਆਰਾ ਤੇ ਤੂੰ ਸੁਨਿਆਰਾ ਹੀ ਹੋਵੇਂਗਾ, ਪਰ ਇਹ ਦੱਸ ਵੀ ਤੂੰ ਆਪਣੇ ਬਾਪ ਵਾਲਾ ਕੰਮ ਸਿੱਖਿਆ ਕਿ ਨਹੀਂ ਸਿੱਖਿਆ? ਜਿਵੇਂ ਸੁਨਿਆਰੇ ਗਹਿਣੇ ਬਣਾਉਂਦੇ ਨੇ, ਗਹਿਣੇ ਘੜਦੇ ਨੇ, ਇਸੇ ਤਰ੍ਹਾਂ ਤੈਨੂੰ ਗਹਿਣੇ ਬਣਾਉਣ ਦਾ ਕੰਮ ਆਉਂਦਾ ਹੈ ਕਿ ਨਹੀਂ ਆਉਂਦਾ? ਤੂੰ ਸੁਨਿਆਰਿਆਂ ਦਾ ਕੰਮ ਸਿੱਖਿਆ ਹੈ ਕਿ ਨਹੀਂ ਸਿੱਖਿਆ? ਕੀ ਤੂੰ ਗਹਿਣੇ ਘੜ ਸਕਦਾ, ਬਣਾ ਸਕਦਾ, ਕਿ ਜਾਂ ਹਾਲੇ ਤਾਲੀਮ ਨਹੀਂ ਲਈ ਹੈ? ਦੱਸ ਵੀ ਤੂੰ ਆਪਣੇ ਪਿਤਾ ਪੁਰਖੀ ਕੰਮ ਨੂੰ ਕਰ ਸਕਦਾ, ਸਿੱਖਿਆ ਹੋਇਆ ਕਿ ਨਹੀਂ ਸਿੱਖਿਆ ਹੋਇਆ? ਇਹ ਦੱਸਣਾ ਕਰੋ। ਕਹਿ ਲੜਕਾ ਤੁਮ ਕਿਰਪਾ ਤੇ ਆਪਣੋ ਸਭ ਕੰਮ। ਸਤਿਗੁਰੂ ਪਾਤਸ਼ਾਹ ਨੂੰ ਫਿਰ ਉਸਨੇ ਹੱਥ ਜੋੜ ਕੇ ਆਖਿਆ, ਕਹਿਣ ਲੱਗਾ ਮਹਾਰਾਜ ਤੁਹਾਡੀ ਕਿਰਪਾ ਚਾਹੀਦੀ ਹੈ। ਮੈਂ ਇੰਨੇ ਸੋਹਣੇ ਸੋਨੇ ਦੇ ਗਹਿਣੇ ਘੜਦਾ ਹਾਂ ਵੀ ਦੁਨੀਆ ਵੇਖ ਕੇ ਰਹਿ ਜਾਂਦੀ ਹੈ। ਮੈਂ ਆਪਣੇ ਪਿਤਾ ਦੇ ਕੋਲੋਂ ਬੜੀ ਬਰੀਕੀ ਦੇ ਨਾਲ ਇਹ ਕੰਮ ਸਿੱਖਿਆ, ਗਹਿਣੇ ਬਣਾਉਣ ਦਾ, ਗਹਿਣੇ ਘੜਨ ਦਾ। ਸਤਿਗੁਰੂ ਤੁਹਾਡੀ ਕਿਰਪਾ ਮੇਰੇ ਉੱਪਰ, ਮੈਂ ਬੜੇ ਸੋਹਣੇ ਗਹਿਣੇ ਬਣਾ ਲੈਂਦਾ। ਮੈਨੂੰ ਸੋਨੇ ਦੀ ਪੂਰੀ ਪਰਖ ਹੈ, ਸੋਨੇ ਨੂੰ ਢਾਲਣਾ ਕਿਵੇਂ ਹੈ, ਗਹਿਣੇ ਦਾ ਰੂਪ ਕਿਵੇਂ ਦੇਣਾ, ਇਹ ਮੇਰੇ ਪਿਤਾ ਨੇ ਮੈਨੂੰ ਸਾਰਾ ਕੰਮ ਸਿਖਾਇਆ ਹੋਇਆ ਆਪਣੇ ਜਿਉਂਦਿਆਂ ਹੋਇਆਂ। ਤੇ ਮਹਾਰਾਜ ਇਹ ਸਾਰਾ ਕੰਮ ਮੈਂ ਕਰਨਾ ਜਾਣਦਾ ਹਾਂ। ਜੇਵਰ ਸਗਰੀ ਰੀਤ ਕੇ ਘਰ ਹੋਂ ਅਬਿਰਾਮੋ। ਸਤਿਗੁਰੂ ਪਾਤਸ਼ਾਹ ਮੈਂ ਹਰੇਕ ਤਰ੍ਹਾਂ ਦਾ ਗਹਿਣਾ ਬਣਾ ਸਕਦਾ ਹਾਂ, ਚਾਂਦੀ ਦਾ ਕੀ, ਸੋਨੇ ਦਾ ਕੀ, ਹੀਰਿਆਂ ਦਾ ਕੀ। ਤੁਸੀਂ ਜਿਹੋ ਜਿਹਾ ਕਹੋਗੇ ਨਾ ਵੀ ਇਹੋ ਜਿਹਾ ਗਹਿਣਾ ਬਣਾਉਣਾ, ਮੈਂ ਹੀਰਿਆਂ ਦੇ ਹਾਰ ਬਣਾ ਸਕਦਾ,
ਸੋਨੇ ਦੇ ਉੱਪਰ ਹੀਰਿਆਂ ਨੂੰ ਜੜ ਸਕਦਾ ਹਾਂ, ਲਾ ਸਕਦਾ ਹਾਂ। ਜਿਹੋ ਜਿਹਾ ਗਹਿਣਾ ਇਸਤਰੀ ਦਾ ਕਹੋ, ਜਨਾਨੀ ਦਾ ਗਹਿਣਾ ਬਣਾ ਸਕਦਾ, ਮਰਦ ਦਾ ਗਹਿਣਾ ਕਹੋ ਤੇ ਉਹ ਵੀ ਬਣਾ ਸਕਦਾ। ਮੈਂ ਸਾਰੇ ਤਰ੍ਹਾਂ ਦੇ ਗਹਿਣੇ ਬਣਾਉਣੇ ਜਾਣਦਾ, ਉਹਨਾਂ ਗਹਿਣਿਆਂ ਵਿੱਚ ਹੀਰੇ ਵਗੈਰਾ ਵੀ ਲਾਉਣੇ ਜਾਣਦਾ ਹਾਂ। ਮੈਨੂੰ ਸਾਰਾ ਗਿਆਨ ਹੈ। ਮਹਾਰਾਜ ਕਈ ਗਹਿਣੇ ਤੇ ਬਣਾ ਕੇ ਮੈਂ ਆਪਣੇ ਘਰ ਵਿੱਚ ਰੱਖੇ ਹੋਏ। ਇਸ ਲੜਕੇ ਨੇ ਦੱਸਿਆ ਹੈ। ਹੁਕਮ ਕਰਿਓ ਪ੍ਰਭ ਲਿਓ ਅਬ ਇੱਕ 10 ਦੀਨਾਰਾ। ਸਤਿਗੁਰੂ ਪਾਤਸ਼ਾਹ ਨੇ ਉਸ ਵੇਲੇ ਨਾ ਸੁਣ ਕੇ ਬਚਨ ਕਹਿਣ ਲੱਗੇ, ਲੈ ਫਿਰ ਸਾਡੇ ਕੋਲੋਂ ਨਾ 11 ਮੋਹਰਾਂ ਲੈ ਲਾ, ਸੋਨੇ ਦੀਆਂ ਮੋਹਰਾਂ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ, ਜਿਹੜਾ ਸਰਹੰਦ ਤੋਂ ਲੜਕਾ ਆਇਆ, ਨਾਮ ਹੈ ਭਾਈ ਪਹਿਲ ਸਿੰਘ, ਸਤਿਗੁਰਾਂ ਨੇ 11 ਸੋਨੇ ਦੀਆਂ ਮੋਹਰਾਂ ਇਸ ਨੂੰ ਦਿੱਤੀਆਂ। ਕਹਿਣ ਲੱਗੇ ਵੀ ਆ ਸਾਡੇ ਕੋਲੋਂ ਲੈਣਾ ਕਰ। ਆਨ ਵੇ ਭੂਖਨ ਘਰ ਭਲੋ ਹਮ ਕਰੈ ਨਿਹਾਰਾ। ਸਤਿਗੁਰੂ ਪਾਤਸ਼ਾਹ ਕਹਿੰਦੇ ਵੀ ਚੰਗੀ ਤਰ੍ਹਾਂ ਇਹਨਾਂ ਮੋਹਰਾਂ ਨੂੰ ਅੱਗ ਦੇ ਵਿੱਚ ਢਾਲ ਕੇ ਤੇ ਸੋਹਣੇ ਗਹਿਣੇ ਬਣਾ ਕੇ ਲਿਆ। ਜਿਵੇਂ ਦਾ ਮਰਜ਼ੀ ਗਹਿਣਾ ਬਣਾ ਦੇ, ਜਿਹੜਾ ਤੂੰ ਸੋਹਣਾ ਬਣਾ ਸਕਦਾ ਨਾ ਗਹਿਣਾ। ਇਹ 11 ਮੋਹਰਾਂ ਲੈ ਜਾ, ਇਹਨਾਂ ਮੋਹਰਾਂ ਨੂੰ ਢਾਲ ਕੇ ਚੰਗੀ ਤਰ੍ਹਾਂ ਤੇ ਸੋਹਣਾ ਗਹਿਣਾ ਬਣਾ ਕੇ ਫਿਰ ਸਾਡੇ ਕੋਲ ਲੈ ਕੇ ਆ। ਅਸੀਂ ਵੇਖੀਏ ਵੀ ਤੂੰ ਕਿੰਨਾ ਹੀ ਕੋਈ ਸੋਹਣੀ ਕਾਰੀਗਰੀ ਜਾਣਦਾ ਹੈ, ਕਿੱਡਾ ਕੁ ਤੂੰ ਕਾਰੀਗਰ ਹੈ, ਕਿੰਨਾ ਕੁ ਤੂੰ ਬਣਾ ਸਕਦਾ ਹੈ। ਇਹ ਸਾਰਾ ਕੁਝ ਸਾਡੇ ਕੋਲ ਲੈ ਕੇ ਆਉਣਾ। ਕੋਸ਼ਪ ਸੁਨ ਗੁਰ ਹੁਕਮ ਕੋ ਦੀਨਸ ਤਤਕਾਲ। ਸਤਿਗੁਰਾਂ ਦਾ ਹੁਕਮ ਸੁਣ ਕੇ ਜਿਹੜਾ ਮਹਾਰਾਜ ਦਾ ਖਜ਼ਾਨਚੀ ਹੈ, ਮਹਾਰਾਜ ਨੇ ਉਹਨੂੰ ਹੁਕਮ ਕੀਤਾ, ਭਾਈ 11 ਮੋਹਰਾਂ ਇਹਨੂੰ ਦੇ ਦਿੱਤੀਆਂ ਜਾਣ। ਤੇ ਖਜ਼ਾਨਚੀ ਛੇਤੀ ਦੇ ਨਾਲ ਖਜ਼ਾਨੇ ਵਿੱਚੋਂ 11 ਮੋਹਰਾਂ ਕੱਢ ਕੇ ਮਹਾਰਾਜ ਦੇ ਹੁਕਮ ਅਨੁਸਾਰ ਉਸ ਲੜਕੇ ਨੂੰ ਦੇ ਦਿੱਤੀਆਂ ਹਨ। ਕਰਨ ਲੱਗਿਓ ਭੂਖਨ ਭਲੋ ਚਤੁਰਾਈ ਵਿਸਾਲਾ। ਕਵੀ ਸੰਤੋਖ ਸਿੰਘ ਜੀ ਕਹਿੰਦੇ ਵੀ ਲੜਕਾ ਹੈ ਬੜਾ ਚਲਾਕ, ਕੰਮ ਦੇ ਵਿੱਚ ਪੂਰਾ ਮਾਹਰ ਹੈ, ਸੁਸਤ ਨਹੀਂ ਹੈ। ਲੱਗ ਪਿਆ ਉਹਨਾਂ ਮੋਹਰਾਂ ਨੂੰ ਤਾ ਦੇ ਕੇ ਅੱਗ ਦਾ, ਤੇ ਇਹਨੇ ਸੋਨਾ ਢਾਲ ਲਿਆ ਤੇ ਢਾਲ ਕੇ ਫਿਰ ਲੱਗ ਪਿਆ ਗਹਿਣਾ ਬਣਾਉਣ। ਆਪਣੇ ਕੰਮ ਦੇ ਵਿੱਚ ਪੂਰਾ ਚਾਤੁਰ ਚਲਾਕ ਹੈ, ਪੂਰਾ ਉਸਤਾਦ ਹੈ ਆਪਣੇ ਕੰਮ ਦੇ ਵਿੱਚ। ਜਿਵੇਂ ਮਹਾਰਾਜ ਨੇ ਹੁਕਮ ਕੀਤਾ ਉਸ ਤਰ੍ਹਾਂ ਦਾ ਸੋਹਣਾ ਗਹਿਣਾ ਬਣਾਉਣ ਵਾਸਤੇ ਇਸ ਨੇ ਕਾਰਵਾਈ ਸ਼ੁਰੂ ਕੀਤੀ ਹੈ। ਅਲੰਕਾਰ ਸੁੰਦਰ ਘਰਿਓ ਪ੍ਰਭ ਢਿਗਲੇ ਆਇਓ। ਇਸ ਨੇ ਬੜਾ ਸੋਹਣਾ ਇੱਕ ਗਹਿਣਾ ਬਣਾਇਆ। ਜਦੋਂ ਵੇਖਿਆ ਵੀ ਇਹ ਗਹਿਣਾ ਹੁਣ ਪੂਰਾ ਤਿਆਰ ਹੋ ਗਿਆ, ਕੋਈ ਕਮੀ ਰਹਿ ਨਹੀਂ ਗਈ, ਤੇ ਉਹ ਗਹਿਣਾ ਬਣਾ ਕੇ ਜਿੱਥੇ ਸਤਿਗੁਰੂ ਬੈਠੇ ਹੋਏ ਨਾ ਮਹਾਰਾਜ, ਉੱਥੇ ਆ ਗਿਆ। ਕਹਿਣ ਲੱਗਾ, ਮਹਾਰਾਜ ਤੁਸੀਂ ਮੈਨੂੰ 11 ਮੋਹਰਾਂ ਦਿੱਤੀਆਂ ਸਨ ਵੀ ਸੋਹਣਾ ਗਹਿਣਾ ਬਣਾ ਕੇ ਲਿਆ, ਆਹ ਦੇਖੋ ਮੈਂ ਆਹ ਗਹਿਣਾ ਬਣਾਇਆ ਸੋਨੇ ਦਾ, ਸਤਿਗੁਰਾਂ ਦੇ ਕੋਲ ਲੈ ਕੇ ਆਇਆ ਹੈ। ਇਕ ਪ੍ਰਸੰਨ ਤਿਸ ਪਰ ਭਲੇ ਸ਼੍ਰੀ ਬਦਨ ਅਲਾਇਓ। ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਜੀ ਵੇਖ ਕੇ ਇਹਦਾ ਬਣਾਇਆ ਹੋਇਆ ਘੜਿਆ ਹੋਇਆ ਗਹਿਣਾ ਵੇਖ ਕੇ ਬੜੇ ਖੁਸ਼ ਹੋਏ, ਬੜੇ ਪ੍ਰਸੰਨ ਹੋਏ। ਮਹਾਰਾਜ ਜਾਣ ਗਿਆ ਵੀ ਬੰਦਾ ਕਾਰੀਗਰ ਹੈ, ਕੱਲੀਆਂ ਗੱਲਾਂ ਹੀ ਨਹੀਂ। ਕੁਝ ਲੋਕ ਹੁੰਦੇ ਨਾ ਕੇਵਲ ਗੱਲਾਂ ਦਾ ਹੀ ਕੜਾਹ ਕਰਨਾ ਜਾਣਦੇ, ਪਰ ਹੁੰਦਾ ਉਹਨਾਂ ਦੇ ਪੱਲੇ ਕੱਖ ਨਹੀਂ ਹੈ। ਸਤਿਗੁਰਾਂ ਨੇ ਵੇਖ ਲਿਆ ਵੀ ਜਿਹੜੀਆਂ ਇਹਨੇ ਗੱਲਾਂ ਕਹੀਆਂ ਨਾ ਵੀ ਮੈਂ ਸਿੱਖਿਆ ਹੋਇਆ ਹਾਂ, ਵਾਕਿਆ ਹੀ ਇਹ ਸਿੱਖਿਆ ਹੋਇਆ ਹੈ। ਇੰਨਾ ਸੋਹਣਾ ਬਰੀਕੀ ਦੇ ਨਾਲ ਇਹਨੇ ਗਹਿਣਾ ਬਣਾਇਆ। ਸਤਿਗੁਰੂ ਬੜੇ ਖੁਸ਼ ਹੋਏ ਤੇ ਫਿਰ ਮਹਾਰਾਜ ਨੇ ਉਸ ਵੇਲੇ ਹੁਕਮ ਕੀਤਾ ਹੈ, ਪੁਸ਼ਪ ਕੋ ਸੌਂਪਿਓ ਤਵੈ ਜੇ ਤੱਕ ਚਾਹੇ ਹੇਮਾ। ਸਤਿਗੁਰੂ ਪਾਤਸ਼ਾਹ ਨੇ ਉਹ ਜਿਹੜਾ ਗਹਿਣਾ ਬਣਾਇਆ ਸੀ ਨਾ ਇਹਨੇ ਲੜਕੇ ਨੇ, ਉਹ ਦੇ ਦਿੱਤਾ ਖਜ਼ਾਨਚੀ ਨੂੰ। ਕਹਿੰਦੇ ਭਾਈ ਖਜ਼ਾਨੇ ਵਿੱਚ ਜਮ੍ਹਾਂ ਕਰ ਦੇ। ਨਾਲ ਹੀ ਖਜ਼ਾਨਚੀ ਨੂੰ ਇਹ ਗੱਲ ਕਹੀ, ਕਹਿਣ ਲੱਗੇ ਵੀ ਇਹ ਲੜਕਾ ਜਿੰਨਾ ਵੀ ਸੋਨਾ ਮੰਗੇ, ਇਹ ਮੰਗ ਲਵੇ ਗ੍ਰਾਮ, ਇਹ ਮੰਗ ਲਵੇ 1 ਮੋਹਰ, 10 ਮੋਹਰ, 50 ਮੋਹਰਾਂ, 100 ਮੋਹਰਾਂ, 100 ਗ੍ਰਾਮ ਮੰਗ ਲਵੇ, 500 ਗ੍ਰਾਮ ਮੰਗ ਲਵੇ, ਜਿੰਨਾ ਵੀ ਇਹ ਸੋਨਾ ਮੰਗੇ ਤੂੰ ਇਹਨੂੰ ਨਾ ਨਹੀਂ ਕਰਨੀ। ਖਜ਼ਾਨਚੀ ਨੂੰ ਮਹਾਰਾਜ ਦਾ ਹੁਕਮ ਹੋ ਗਿਆ ਵੀ ਲੜਕਾ ਬੜੇ ਸੋਹਣੇ ਗਹਿਣੇ ਬਣਾਉਂਦਾ, ਜਿੰਨਾ ਵੀ ਇਹ ਸੋਨਾ ਮੰਗੇ, ਇਹਨੂੰ ਚਾਹੀਦਾ ਹੋਵੇ ਉਹਨਾਂ ਤੂੰ ਇਸ ਨੂੰ ਦੇ ਦੇਣਾ ਹੈ। ਲਿਹੋ ਕਰਾਏ ਵੀ ਭੂਖ ਨ ਲੀਜੈ ਪੁਨ ਤੇਮਾ। ਅਤੇ ਸਤਿਗੁਰਾਂ ਨੇ ਬਚਨ ਕੀ ਆਖਿਆ ਵੀ ਸੋਨਾ ਪੂਰਾ ਤੋਲ ਨਾਪ ਕੇ ਦੇਣਾ ਹੈ। ਇਹ ਨਹੀਂ ਖਜ਼ਾਨੇ ਵਿੱਚੋਂ ਕੱਢਿਆ ਤੇ ਦੇ ਦਿੱਤਾ ਵੀ ਲੈ ਜਾ, ਤੇ ਮੁੜ ਕੇ ਪਤਾ ਹੀ ਨਹੀਂ ਵੀ ਉਹ ਕਿੰਨਾ ਲੈ ਗਿਆ ਕਿੰਨਾ ਲੈ ਕੇ ਆਇਆ। ਜਦੋਂ ਖਜ਼ਾਨੇ ਵਿੱਚੋਂ ਸੋਨਾ ਦੇਣਾ ਹੈ ਉਹਨੂੰ ਪੂਰਾ ਨਾਪ ਤੋਲ ਕੇ ਦੇਣਾ ਵੀ ਇੰਨੇ ਗ੍ਰਾਮ ਦਿੱਤਾ ਹੈ। ਜਦੋਂ ਉਹ ਗਹਿਣਾ ਬਣਾ ਕੇ ਲਿਆਵੇ ਫਿਰ ਉਸ ਗਹਿਣੇ ਨੂੰ ਵੀ ਤੋਲਣਾ ਹੈ ਵੀ ਜਿੰਨਾ ਸੋਨਾ ਇਹ ਲੈ ਕੇ ਗਿਆ ਵੀ ਗਹਿਣਾ ਉਹਨੇ ਦਾ ਹੀ ਬਣਿਆ ਜਾਂ ਘੱਟ ਵੱਧ ਬਣਿਆ ਹੈ। ਇਹ ਮਹਾਰਾਜ ਨੇ ਬਚਨ ਆਖੇ ਹਨ। ਜਮਾ ਕਰੋ ਵਿੱਚ ਕੋਸ਼ ਕੇ ਭੂਖਨ ਕਹਿ ਬ੍ਰਿੰਦਾ। ਸਤਿਗੁਰੂ ਪਾਤਸ਼ਾਹ ਕਹਿੰਦੇ ਵੀ ਇਸ ਤਰ੍ਹਾਂ ਉਸ ਗਹਿਣੇ ਨੂੰ ਜਮਾ ਕਰ ਲਓ ਤੇ ਉਹ ਗਹਿਣੇ ਬੇਅੰਤ ਬਣਾ ਕੇ ਤੇ ਖਜ਼ਾਨੇ ਵਿੱਚ ਰੱਖਣਾ ਕਰੋ। ਚਾਹੇ ਕਿਤ ਕਹਿ ਦਿਨੋਂ ਕੀ ਇਹ ਚਤੁਰ ਬਿਲੰਦਾ। ਤੇ ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਇਹ ਕਿੰਨੇ ਚਿਰ ਦੀ ਸਾਡੇ ਮਨ ਦੀ ਇੱਛਾ ਸੀ ਕਿ ਕੋਈ ਇਸ ਤਰ੍ਹਾਂ ਦਾ ਸਾਨੂੰ ਪ੍ਰਾਪਤ ਹੋਵੇ ਕਿ ਜਿਹੜਾ ਸੋਨੇ ਦੇ ਗਹਿਣੇ ਬਣਾਵੇ।
ਪਰ ਇਸ ਲੜਕੇ ਨੇ ਸਾਰਾ ਕੰਮ ਕੀਤਾ ਹੈ। ਇਮ ਕਹਿ ਪੁਨ ਬੂਝਨ ਕਰਿਓ ਕੋ ਐਬ ਨ ਲਾਗਾ। ਸਤਿਗੁਰੂ ਪਾਤਸ਼ਾਹ ਇਸ ਤਰ੍ਹਾਂ ਕਹਿ ਕੇ ਉਸ ਵੇਲੇ ਪੁੱਛਣ ਲੱਗ ਪਏ, ਕਹਿਣ ਲੱਗੇ ਵੀ ਤੈਨੂੰ ਕੋਈ ਐਬ ਤੇ ਨਹੀਂ? ਤੂੰ ਇਹ ਤੇ ਕਹਿ ਦਿੱਤਾ ਵੀ ਮੈਂ ਫਲਾਣੇ ਦਾ ਪੁੱਤਰ ਹਾਂ, ਮੈਂ ਸਰਹੰਦ ਵਿੱਚ ਰਹਿਣ ਵਾਲਾ ਹਾਂ, ਫਲਾਣਾ ਮੇਰਾ ਨਾਮ ਹੈ ਤੇ ਸੁਨਿਆਰੇ ਪੁਣੇ ਦਾ ਮੈਂ ਕੰਮ ਜਾਣਦਾ, ਪਰ ਤੈਨੂੰ ਅਸੀਂ ਇਹ ਤੇ ਪੁੱਛਿਆ ਹੀ ਨਹੀਂ ਵੀ ਤੈਨੂੰ ਕੋਈ ਐਬ ਵੀ ਹੈ ਕਿ ਨਹੀਂ ਹੈ, ਤੂੰ ਕੋਈ ਖਾਂਦਾ ਪੀਂਦਾ ਤਾਂ ਨਹੀਂ, ਮਾਲ ਮੱਤਾ ਨਸ਼ਾ ਪਾਣੀ, ਜਾਂ ਤੇਰੇ ਵਿੱਚ ਕੋਈ ਹੋਰ ਕੋਈ ਇਹੋ ਜਿਹਾ ਗੁਨਾਹ ਹੋਵੇ, ਕੋਈ ਹੈ ਤੇਰੇ ਵਿੱਚ ਕਿ ਬਚਿਆ ਹੋਇਆ ਮਾੜਿਆਂ ਕੰਮਾਂ ਤੋਂ? ਜਦੋਂ ਸਤਿਗੁਰਾਂ ਨੇ ਪੁੱਛਿਆ ਹੈ, ਕਹਿ ਲੜਕਾ ਸੁਨ ਗੁਰੂ ਜੀ ਸਤ ਸੰਗੈ ਪਾਗਾ। ਸਤਿਗੁਰੂ ਪਾਤਸ਼ਾਹ ਨੂੰ ਲੜਕੇ ਨੇ ਆਖਿਆ, ਕਹਿਣ ਲੱਗਾ ਮਹਾਰਾਜ ਵੀ ਮੈਂ ਤੁਹਾਡੀ ਸੰਗਤ ਦੀ ਬੜੀ ਮੇਰੇ ਤੇ ਕਿਰਪਾ ਹੈ, ਮੈਨੂੰ ਸੰਗਤ ਦਾ ਰੰਗ ਚੜਿਆ ਹੋਇਆ, ਨਾਮ ਦਾ ਰੰਗ ਤੇ ਸਾਧ ਦਾ ਸੰਗ ਇਹ ਮੈਨੂੰ ਪ੍ਰਾਪਤ ਹੈ। ਮਹਾਰਾਜ ਨੇ ਬੜੀ ਕਿਰਪਾ ਕੀਤੀ ਹੈ, ਗੁਰੂ ਤੇਗ ਬਹਾਦਰ ਪਾਤਸ਼ਾਹ ਗੁਰੂ ਨਾਨਕ ਦੇਵ ਜੀਆਂ ਨੇ, ਮੈਂ ਸਾਰੇ ਮਾੜੇ ਕੰਮਾਂ ਤੋਂ ਬਚਿਆ ਹੋਇਆ, ਕਿਸੇ ਤਰ੍ਹਾਂ ਦਾ ਮੈਂ ਨਸ਼ਾ ਵੈਲ ਨਹੀਂ ਕਰਦਾ, ਔਰ ਕਿਸੇ ਤਰ੍ਹਾਂ ਦੀ ਮੇਰੀ ਕੋਈ ਮਾੜੀ ਸੰਗਤ ਬਹਿਣੀ ਉੱਠਣੀ ਵੀ ਮੇਰੀ ਕੋਈ ਮਾੜੀ ਨਹੀਂ ਹੈ, ਮੈਂ ਸਾਰਿਆਂ ਐਬਾਂ ਤੋਂ ਗੁਨਾਹਾਂ ਤੋਂ ਪਾਪ ਕਰਮਾਂ ਤੋਂ ਬਚਿਆ ਹੋਇਆ। ਮੇਰੇ ਬਚਣ ਦਾ ਕਾਰਨ ਇਹ ਹੈ ਕਿ ਮੈਂ ਰੋਜ਼ ਸਤ ਸੰਗਤ ਕਰਦਾ ਹਾਂ। ਗੁਰੂ ਕਿਉਂ ਸਿੱਖੋ, ਇਹ ਬੜੀ ਵੱਡੀ ਦਾਤ ਹੈ। ਆਪਾਂ ਸੰਗਤ ਵਿੱਚ ਆਉਣਾ ਜਾਣਾ ਇੱਕ ਆਮ ਹੀ ਸਮਝ ਲੈਂਦੇ ਵੀ ਆਏ ਤੇ ਚਲੇ ਗਏ, ਪਰ ਜਿਹੜੀ ਸੰਗਤ ਹੈ ਨਾ ਉਹ ਆਪਣੀ ਛਾਪ ਛੱਡਦੀ ਹੈ। ਜਦੋਂ ਅਸੀਂ ਸੰਗਤ ਵਿੱਚ ਆਵਾਂਗੇ, ਸੰਗਤ ਸਾਨੂੰ ਮਾੜਿਆਂ ਗੁਨਾਹਾਂ ਤੋਂ, ਮਾੜਿਆਂ ਕਰਮਾਂ ਤੋਂ, ਮਾੜੇ ਐਬ ਤੋਂ ਬਚਾਉਂਦੀ ਹੈ। ਇੱਥੇ ਬੰਦੇ ਨੂੰ ਸ਼ੁਭ ਗੁਣ ਪ੍ਰਾਪਤ ਹੁੰਦਾ ਹੈ। ਜਾਂ ਆਪਾਂ ਇਸ ਤਰ੍ਹਾਂ ਕਹਿ ਲਈਏ, ਜਿਸ ਤਰ੍ਹਾਂ ਅਸੀਂ ਬਿਜਲੀ ਦੇ ਉੱਪਰ ਲਾ ਕੇ ਆਪਣਾ ਮੋਬਾਈਲ ਚਾਰਜ ਕਰ ਲੈਂਦੇ ਹਨ, ਇਹ ਸਤ ਸੰਗਤ ਸਾਨੂੰ ਚਾਰਜ ਕਰਦੀ ਹੈ ਸ਼ੁਭ ਗੁਣਾਂ ਦੇ ਵੱਲ। ਇੱਥੋਂ ਸ਼ੁਭ ਗੁਣ ਪ੍ਰਾਪਤ ਹੁੰਦੇ ਨੇ, ਮਾੜੇ ਐਬ ਛੱਡਣ ਦੀ ਤਾਕਤ ਮਿਲਦੀ ਹੈ, ਚੰਗੇ ਗੁਣ ਧਾਰਨ ਕਰਨ ਦੀ ਸਿੱਖਿਆ ਮਿਲਦੀ ਹੈ। ਇਹ ਸੰਗਤ ਐਸੀ ਹੈ। ਤਾਂ ਆਪਾਂ ਸੰਗਤ ਵਿੱਚ ਆ ਕੇ ਬੈਠਦੇ ਹਾਂ, ਕਿਉਂਕਿ ਵਿੱਚ ਸੰਗਤ ਹਰ ਪ੍ਰਭ ਵਸੈ ਜੀਓ। ਪਰਮੇਸ਼ਰ ਦਾ ਜਿੱਥੇ ਵਾਸਾ ਹੋਵੇ ਉੱਥੋਂ ਫਿਰ ਸ਼ੁਭ ਗੁਣ ਹੀ ਪ੍ਰਾਪਤ ਹੁੰਦੇ, ਔਗਣ ਉੱਥੇ ਆਪਣੇ ਆਪ ਹੀ ਛੁੱਟ ਜਾਂਦੇ। ਇਹ ਸੰਗਤ ਐਸੀ ਹੈ। ਮਤਾ ਇਹ ਸੋਚਿਆ ਕਰੋ ਵੀ ਮੈਂ ਤੇ ਮੱਥਾ ਟੇਕਣ ਚੱਲਿਆ ਤੇ ਆ ਗਿਆ, ਮੈਨੂੰ ਕੁਝ ਮਿਲਿਆ ਨਹੀਂ। ਤੈਨੂੰ ਸੰਗਤ ਵਿੱਚੋਂ ਬਹੁਤ ਕੁਝ ਮਿਲ ਗਿਆ ਹੈ, ਝੋਲੀਆਂ ਭਰ ਦਿੱਤੀਆਂ ਸੰਗਤ ਵਿੱਚ ਆਉਣ ਵਾਲਿਆਂ ਦੀਆਂ। ਇੱਥੇ ਮਾੜੇ ਐਬ ਛੁੱਟ ਜਾਂਦੇ। ਅੱਜ ਸਾਡੇ ਬੱਚੇ ਲੱਗ ਪਏ ਨਾ ਨਸ਼ਿਆਂ ਦੇ ਵੱਲ, ਮਾੜਿਆਂ ਕੰਮਾਂ ਦੇ ਵੱਲ। ਉਹਦਾ ਕਾਰਨ ਇਹ ਹੈ ਕਿ ਸਾਡੇ ਬੱਚੇ ਜਿਹੜੇ ਉਹ ਸੰਗਤ ਤੋਂ ਦੂਰ ਹੋ ਗਏ। ਜਿਹੜਾ ਟਾਈਮ ਸੀ ਸੰਗਤ ਕਰਨ ਦਾ, ਕਥਾ ਕੀਰਤਨ ਸੁਣਨ ਦਾ, ਨਿਤਨੇਮ ਕਰਨ ਦਾ, ਉਹ ਟਾਈਮ ਬਾਹਰ ਟੋਲੀਆਂ ਦੇ ਵਿੱਚ ਬੈਠ ਕੇ, ਯਾਰਾਂ ਦੋਸਤਾਂ ਦੇ ਨਾਲ ਬੈਠ ਕੇ, ਕਲੱਬਾਂ ਦੇ ਵਿੱਚ, ਪੱਬਾਂ ਦੇ ਵਿੱਚ ਉੱਥੇ ਬਤੀਤ ਕਰ ਦਿੱਤਾ। ਉੱਥੋਂ ਮਾੜੀ ਸੰਗਤ ਮਿਲ ਗਈ, ਮਾੜੇ ਅਵਗੁਣ ਮਿਲ ਗਿਆ, ਮਾੜੇ ਪਾਸੇ ਲੱਗ ਗਿਆ। ਤੇ ਜੇ ਕਿਤੇ ਉਹੀ ਸਮਾਂ ਬਚਾ ਕੇ ਸੰਗਤ ਵਿੱਚ ਆ ਜਾਂਦਾ, ਮਾੜੇ ਐਬ ਵੀ ਛੁੱਟ ਜਾਂਦੇ, ਗੁਨਾਹਾਂ ਤੋਂ ਛੁੱਟ ਜਾਂਦਾ, ਚੰਗੇ ਪਾਸੇ ਲੱਗ ਜਾਂਦਾ। ਇਹ ਸੰਗਤ ਐਸੀ ਹੈ। ਸੋ ਇਹ ਲੜਕਾ ਕਹਿ ਰਿਹਾ, ਕਹਿਣ ਲੱਗਾ ਮਹਾਰਾਜ ਜੀ ਵੀ ਤੁਹਾਡੀ ਸੰਗਤ ਦੀ ਮੇਰੇ ਤੇ ਬੜੀ ਕਿਰਪਾ ਹੈ ਕਿ ਮੈਨੂੰ ਇਹ ਰੰਗ ਚੜਿਆ ਹੋਇਆ, ਨਾਮ ਦਾ ਰੰਗ, ਮੈਂ ਸੰਗਤ ਵਿੱਚ ਜੁੜਿਆ ਹੋਇਆ ਹਾਂ। ਦੋਹਰਾ ਗੁਰੂ ਕਯੋ ਜੈ ਗੁਣ ਵੱਡੋ ਤਹਿਟਾਂ ਹੋਤ ਵਿਕਾਰ। ਸਤਿਗੁਰਾਂ ਨੇ ਫਿਰ ਅਗਲਾ ਬਚਨ ਕੀਤਾ, ਕਹਿਣ ਲੱਗੇ ਪੁੱਤਰਾ ਸਾਡੀ ਵੀ ਜ਼ਿੰਦਗੀ ਦਾ ਤਜਰਬਾ ਹੈ। ਜਿੱਥੇ ਵੱਡਾ ਗੁਣ ਹੋਵੇ ਨਾ, ਉੱਥੇ ਵੱਡੇ ਗੁਣ ਦੇ ਨਾਲ ਕੋਈ ਨਾ ਕੋਈ ਔਗਣ ਵੀ ਜ਼ਰੂਰ ਹੁੰਦਾ ਹੈ। ਇੱਕ ਪਰਮਾਤਮਾ ਹੈ ਜਿਹਦੇ ਵਿੱਚ ਸਾਰੇ ਗੁਣ ਨੇ। ਪਰਮਾਤਮਾ ਤੋਂ ਬਿਨਾਂ ਜਿੰਨੀ ਦੁਨੀਆ ਹੈ, ਜੇ ਕਿਸੇ ਵਿੱਚ ਵੱਡਾ ਗੁਣ ਹੈ ਤੇ ਨਾਲ ਉਹਦੇ ਵਿੱਚ ਔਗਣ ਵੀ ਜ਼ਰੂਰ ਹੈ। ਬਹੁਤੇ ਔਗਣੀ ਬੰਦੇ ਦੇ ਵਿੱਚ ਕੋਈ ਨਾ ਕੋਈ ਚੰਗਾ ਗੁਣ, ਬਹੁਤਾ ਵਧੀਆ ਜ਼ਰੂਰ ਹੋਵੇਗਾ, ਤੇ ਬਹੁਤਿਆਂ ਗੁਣਾਂ ਵਾਲੇ ਬੰਦੇ ਵਿੱਚ ਵੀ ਕੋਈ ਨਾ ਕੋਈ ਔਗਣ ਜ਼ਰੂਰ ਹੋਵੇਗਾ। ਸਤਿਗੁਰੂ ਕਹਿਣ ਲੱਗੇ ਕਿ ਅਸੀਂ ਇਹ ਬਚਨ ਕਰਦੇ ਹਾਂ ਵੀ ਜਿੱਥੇ ਬਹੁਤਾ ਗੁਣ ਹੋਵੇ ਨਾ, ਉੱਥੇ ਨਾਲ ਵਿਕਾਰ ਵੀ ਜ਼ਰੂਰ ਹੁੰਦਾ ਹੈ। ਬੰਦਾ ਭਾਵੇਂ ਇਹ ਗੱਲ ਕਹਿ ਦੇਵੇ ਵੀ ਨਹੀਂ ਮੈਨੂੰ ਪਤਾ ਨਹੀਂ ਹੈ, ਜਾਂ ਮੈਂ ਇਹ ਕੰਮ ਕੀਤਾ ਨਹੀਂ, ਮੈਨੂੰ ਗਿਆਨ ਧਿਆਨ ਸੋਝੀ ਨਹੀਂ ਹੈ। ਸਤਿਗੁਰੂ ਕਹਿਣ ਲੱਗੇ ਜਿੱਥੇ ਵਿਅਕਤੀ ਦੇ ਕੋਲ ਗੁਣ ਹੁੰਦੇ ਨੇ, ਉੱਥੇ ਗੁਣਾਂ ਦੇ ਨਾਲ ਨਾਲ ਉਹ ਵਿਅਕਤੀ ਔਗਣ ਵੀ ਰੱਖਦਾ ਹੈ। ਬਿਨ ਵਿਕਾਰ ਜੋ ਗੁਣੀ ਹੋਏ ਕੀਮਤ ਪਾਏ ਉਦਾਰ। ਪਰ ਪਾਤਸ਼ਾਹ ਕਹਿਣ ਲੱਗੇ ਜਿਹੜਾ ਬੰਦਾ ਵਿਕਾਰਾਂ ਤੋਂ ਰਹਿਤ ਹੋਵੇ ਔਰ ਗੁਣਾਂ ਦੇ ਵਿੱਚ ਭਰਿਆ ਹੋਵੇ, ਉਹਦੀ ਫਿਰ ਕੀਮਤ ਕੋਈ ਪਾ ਨਹੀਂ ਸਕਦਾ। ਪਹਿਲਾ ਤੇ ਬਚਨ ਇਹ ਹੈ ਵੀ ਗੁਣੀ ਬੰਦੇ ਵਿੱਚ ਔਗਣ ਹੁੰਦੇ, ਪਰ ਕੋਈ ਬੰਦਾ ਹੈ ਜਿਹਦੇ ਵਿੱਚ ਗੁਣ ਹੋਣਗੇ ਪਰ ਔਗਣ ਨਹੀਂ ਹੋਵੇਗਾ। ਜਿਹਦੇ ਵਿੱਚ ਔਗਣ ਨਹੀਂ ਹੋਵੇਗਾ
ਗੁਣ ਬਹੁਤਾ ਹੋਵੇਗਾ ਉਹਦੀ ਕੀਮਤ ਫਿਰ ਬੇਸ਼ੁਮਾਰ ਹੈ, ਉਹਦੀ ਕੀਮਤ ਕੋਈ ਕਹਿ ਨਹੀਂ ਸਕਦਾ ਹੈ। ਗੁਣੀ ਵਿਕਾਰੀ ਰਹਿਤ ਜੋ ਵਿਦਿਅਕ ਹੋਏ ਇਨਸਾਨ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਜਿਹੜਾ ਬੰਦਾ ਵਿਕਾਰਾਂ ਤੋਂ ਰਹਿਤ ਹੋਵੇ ਔਰ ਗੁਣੀ ਹੋਵੇ ਤੇ ਵਿਦਵਾਨ ਹੋਵੇ ਉਹ ਇਨਸਾਨ ਕਹਾਉਂਦਾ ਹੈ। ਹੋਵੇ ਬੰਦਾ ਗੁਣ ਵਾਲਾ, ਹੋਵੇ ਵਿਕਾਰਾਂ ਤੋਂ ਬਚਿਆ ਹੋਇਆ, ਉਹ ਫਿਰ ਵਿਅਕਤੀ ਨਹੀਂ, ਉਹ ਤੇ ਫਿਰ ਦੇਵਤਾ ਹੈ। ਸਤਿਗੁਰੂ ਕਹਿਣ ਲੱਗੇ ਨਾਨਕ ਤੇ ਨਰ ਅਸਲ ਖਰ ਜੋ ਬਿਨ ਗੁਣ ਗਰਬ ਕਰੰਤ। ਗੁਰਬਾਣੀ ਦਾ ਬਚਨ ਹੈ ਉਹ ਬੰਦਾ ਅਸਲੀ ਖੋਤਾ ਹੈ। ਖਰ ਨਾਮ ਖੋਤੇ ਦਾ, ਗਧੇ ਦਾ। ਨਾਨਕ ਤੇ ਨਰ ਅਸਲ ਖਰ, ਗੁਰੂ ਪਾਤਸ਼ਾਹ ਕਹਿੰਦੇ ਉਹ ਵਿਅਕਤੀ ਅਸਲੀ ਖੋਤਾ ਹੈ। ਮਹਾਰਾਜ ਕਿਹੜਾ? ਜੋ ਬਿਨ ਗੁਣ ਗਰਬ ਕਰੰਤ, ਜਿਹਦੇ ਕੋਲ ਗੁਣ ਕੋਈ ਨਹੀਂ ਪਰ ਹੰਕਾਰ ਉਹਨੇ ਫਿਰ ਵੀ ਚੁੱਕਿਆ ਹੋਇਆ। ਆਉਂਦਾ ਜਾਂਦਾ ਮੇਰੇ ਵਰਗੇ ਨੂੰ ਕੱਖ ਨਹੀਂ ਹੈ ਜ਼ੀਰੋ ਹੈ ਬਿਲਕੁਲ, ਪਰ ਹੰਕਾਰ ਮਾਣ ਇੰਨਾ ਵੀ ਮੇਰੇ ਵਰਗਾ ਤੇ ਹੈ ਹੀ ਕੋਈ ਨਹੀਂ। ਤੇ ਮਹਾਰਾਜ ਕਹਿੰਦੇ ਉਹ ਵਿਅਕਤੀ ਨਹੀਂ, ਉਹ ਅਸਲੀ ਖੋਤਾ ਹੈ, ਪਿਓਰ ਖੋਤਾ ਬਿਲਕੁਲ, ਕਿਉਂਕਿ ਉਹਦੇ ਕੋਲ ਹੰਕਾਰ ਹੈ, ਹੋਰ ਕੁਝ ਹੈ ਹੀ ਨਹੀਂ। ਸਤਿਗੁਰੂ ਇੱਥੇ ਬਚਨ ਕਰਦੇ ਕਹਿਣ ਲੱਗੇ ਬੰਦਾ ਹੋਵੇ ਗੁਣੀ ਤੇ ਦੂਜਾ ਹੋਵੇ ਗਿਆਨਵਾਨ, ਫਿਰ ਉਹ ਪੁਰਖ ਨਹੀਂ, ਉਹ ਤੇ ਮਹਾਂਪੁਰਖ ਹੋਇਆ ਨਾ। ਫਿਰ ਉਹਨੂੰ ਉਹ ਇਨਸਾਨ ਕਹਾਉਣ ਦੇ ਹੱਕ ਵਿੱਚ ਹੈ। ਹੱਕ ਹੈ ਉਹਦਾ ਇਨਸਾਨ ਕਹਾਉਣਾ, ਉਹਦੇ ਵਿੱਚ ਇਨਸਾਨੀਅਤ ਹੈ। ਤੇ ਜਿਹਦੇ ਵਿੱਚ ਗੁਣ ਹੋਣ ਨਾਲ ਔਗਣ ਵੀ ਹੋਣ, ਉਹ ਇਨਸਾਨ ਨਹੀਂ, ਉਹ ਤੇ ਪਸ਼ੂ ਹੈ, ਕਿਉਂਕਿ ਕਰਤੂਤ ਪਸ਼ੂ ਕੀ ਮਾਨਸ ਜਾਤ। ਸਤਿਗੁਰੂ ਇੱਥੇ ਬਚਨ ਕਰਦੇ ਹਨ ਇਸ ਮੂਰਤ ਕੋ ਪਰਖ ਕੇ ਨਾਨਕ ਹੋਏ ਕੁਰਬਾਨ। ਸਤਿਗੁਰੂ ਪਾਤਸ਼ਾਹ ਮਹਾਰਾਜ ਕਹਿਣ ਲੱਗੇ ਜਿਹੜੀ ਮੂਰਤ ਨੂੰ ਪਰਖ ਲਿਆ ਜਾਵੇ, ਜਿਹੜੇ ਸਰੀਰ ਨੂੰ ਪਰਖ ਲਈਏ ਔਰ ਉਹਦੇ ਵਿੱਚ ਗੁਣ ਹੋਣ ਔਗਣ ਨਾ ਹੋਣ, ਉਹਦੇ ਤੋਂ ਤੇ ਫਿਰ ਕੁਰਬਾਨ ਜਾਈਏ ਨਾ, ਸਦਕੇ ਜਾਈਏ ਨਾ, ਬਲਿਹਾਰ ਜਾਈਏ। ਜਿਹਦੇ ਵਿੱਚ ਗੁਣ ਹੋਣ ਔਗਣ ਨਾ ਹੋਵੇ, ਐਸੇ ਸਰੀਰ ਤੋਂ ਤੇ ਬਲਿਹਾਰ ਜਾਣਾ ਬਣਦਾ ਹੈ। ਨਿਸ਼ਾਨੀ ਛੰਦ ਲੱਗਿਓ ਸੁਨਾਰਾ ਘੜਨ ਕੋ ਆਪੇ ਲੈ ਦੇਤਾ। ਭਾਈ ਸੰਤੋਖ ਸਿੰਘ ਜੀ ਕਹਿੰਦੇ ਵੀ ਇਹ ਸੁਨਿਆਰਿਆਂ ਦਾ ਬੱਚਾ ਭਾਈ ਪਹਿਲ ਸਿੰਘ ਲੱਗ ਪਿਆ ਸੋਨੇ ਦੇ ਗਹਿਣੇ ਬਣਾਉਣ ਵਾਸਤੇ। ਜਿੰਨਾ ਸੋਨਾ ਲੈਂਦਾ ਹੈ ਉਹਨਾਂ ਸੋਨਾ ਲੈ ਕੇ ਗਹਿਣਾ ਬਣਾ ਕੇ ਤੇ ਫਿਰ ਉਸੇ ਤਰ੍ਹਾਂ ਵਾਪਸ ਕਰ ਦਿੰਦਾ ਹੈ। ਲੇਖਾ ਕੋਏ ਨਾ ਬੂਝ ਤੋ ਕਿਆ ਦੇ ਤਰੋ ਲੇਤਾ। ਅਤੇ ਹੌਲੀ ਹੌਲੀ ਇਹਦੀ ਜਾਣ ਪਛਾਣ ਚੰਗੀ ਬਣ ਗਈ, ਖਜ਼ਾਨਚੀ ਦੇ ਨਾਲ ਵੀ ਬਣ ਗਈ, ਸਿੰਘਾਂ ਦੇ ਨਾਲ ਵੀ ਬਣ ਗਈ। ਹੁਣ ਸਾਰਿਆਂ ਨੂੰ ਇਹਦੇ ਤੇ ਯਕੀਨ ਹੋ ਗਿਆ ਵੀ ਇਹ ਬੰਦਾ ਬੜਾ ਖਰਾ ਹੈ। ਇਹ ਜਿੰਨਾ ਸੋਨਾ ਲੈਂਦਾ ਹੈ ਇਹ ਉਨਾ ਹੀ ਗਹਿਣਾ ਬਣਾ ਕੇ ਦਿੰਦਾ, ਹੇਰਾ ਫੇਰੀ ਕੋਈ ਨਹੀਂ ਕਰਦਾ। ਹੁਣ ਇਹਦਾ ਨਾਪ ਤੋਲ ਕੋਈ ਨਹੀਂ ਕਰਦਾ। ਇਹ ਕਹਿੰਦਾ ਨਾ ਮੈਨੂੰ 100 ਗ੍ਰਾਮ ਸੋਨਾ ਦੇ ਦਿਓ, ਇਹਦਾ ਹੁਣ ਸੋਨਾ ਇਹਨੂੰ ਤੋਲ ਕੇ ਨਹੀਂ ਮਿਲਦਾ। ਸਿੱਧਾ ਹੀ ਕਹਿੰਦੇ ਵੀ ਲੈ ਚੱਕ ਲਾ ਖਜ਼ਾਨੇ ਵਿੱਚੋਂ ਜਿੰਨਾ ਚਾਹੀਦਾ, ਆਪਣੀ ਮਰਜ਼ੀ ਨਾਲ ਹੀ ਚੱਕ ਕੇ ਲੈ ਆਉਂਦਾ। ਜਦੋਂ ਗਹਿਣਾ ਬਣ ਜਾਂਦਾ ਹੈ ਇਹ ਕਹਿੰਦਾ ਵੀ ਹੁਣ ਗਹਿਣਾ ਬਣ ਗਿਆ ਹੈ। ਇਹ ਖਜ਼ਾਨਚੀ ਇਹ ਨਹੀਂ ਪੁੱਛਦਾ ਵੀ ਇਹ ਕਿੰਨੇ ਗ੍ਰਾਮ ਦਾ ਬਣਿਆ, ਕਿੰਨਾ ਬਣਿਆ, ਉਹ ਵੇਖਦਾ ਵੀ ਹਾਂ ਬਣ ਗਿਆ, ਉਸੇ ਤਰ੍ਹਾਂ ਚੁੱਕ ਕੇ ਜਮ੍ਹਾਂ ਕਰ ਲੈਂਦਾ ਹੈ। ਹੁਣ ਇਸ ਲੜਕੇ ਦੀ ਇੰਨੀ ਜਾਣ ਪਛਾਣ ਬਣ ਗਈ ਹੈ, ਇੰਨਾ ਇਤਬਾਰ ਬਣ ਗਿਆ ਹੈ, ਨਾ ਇਹਨੂੰ ਸੋਨਾ ਲੈਣ ਵੇਲੇ ਮਿਣਤੀ ਦੇਣੀ ਪੈਂਦੀ ਹੈ, ਨਾ ਇਹਨੂੰ ਗਹਿਣਾ ਜਮ੍ਹਾਂ ਕਰਾਉਣ ਵੇਲੇ ਮਿਣਤੀ ਦੇਣੀ ਪੈਂਦੀ ਹੈ। ਆਪਣੀ ਮਰਜ਼ੀ ਨਾਲ ਸੋਨਾ ਲਿਆਉਂਦਾ, ਆਪਣੀ ਮਰਜ਼ੀ ਨਾਲ ਗਹਿਣਾ ਬਣਾ ਕੇ ਜਮ੍ਹਾਂ ਕਰਦਾ ਹੈ। ਪੁਸ਼ਪ ਕੋ ਇੱਕ ਦਿਨ ਕਹਿਓ ਸਤਿਗੁਰ ਸਮਝਾਏ। ਇੱਕ ਦਿਨ ਸਤਿਗੁਰੂ ਪਾਤਸ਼ਾਹ ਨੇ ਖਜ਼ਾਨਚੀ ਨੂੰ ਬੁਲਾ ਲਿਆ। ਮਹਾਰਾਜ ਕਹਿਣ ਲੱਗੇ ਖਜ਼ਾਨਚੀ ਅਸੀਂ ਤੇਰੇ ਨਾਲ ਇੱਕ ਬਚਨ ਕਰਦੇ ਆ, ਚੰਗੀ ਤਰ੍ਹਾਂ ਸਮਝ ਲੈਣਾ ਕਰ। ਕੰਚਨ ਦੀ ਜੈ ਤੋਲ ਕੈ ਨਹਿ ਤਾਹੇ ਬਤਾਏ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਵੀ ਤੂੰ ਸੋਨਾ ਇਹਨੂੰ ਤੋਲ ਕੇ ਦਿੰਦਾ ਤੇ ਗਹਿਣਾ ਇਹਦੇ ਕੋਲੋਂ ਤੋਲ ਕੇ ਲੈਂਦਾ। ਖਜ਼ਾਨਚੀ ਕਹਿਣ ਲੱਗਾ ਵੀ ਨਹੀਂ ਮਹਾਰਾਜ, ਲੜਕਾ ਬੜਾ ਖਰਾ ਹੈ, ਬੜਾ ਸਿਆਣਾ, ਮੈਂ ਤੇ ਇਹਨੂੰ ਬਿਨਾਂ ਤੋਲੇ ਤੋਂ ਹੀ ਸੋਨਾ ਦੇ ਦਿੰਦਾ ਤੇ ਬਿਨਾਂ ਤੋਲੇ ਤੋਂ ਹੀ ਗਹਿਣਾ ਲੈ ਲੈਂਦਾ ਹਾਂ, ਮੈਨੂੰ ਇਹਦੇ ਤੇ ਯਕੀਨ ਹੈ। ਸਤਿਗੁਰੂ ਕਹਿਣ ਲੱਗੇ ਨਹੀਂ, ਇਸ ਤਰ੍ਹਾਂ ਨਹੀਂ। ਜਦੋਂ ਇਹ ਹੁਣ ਤੇਰੇ ਕੋਲੋਂ ਸੋਨਾ ਲੈਣ ਵਾਸਤੇ ਆਵੇ ਨਾ, ਤੂੰ ਸੋਨਾ ਪਹਿਲਾਂ ਹੀ ਤੋਲ ਕੇ ਰੱਖਣਾ ਵੀ ਇਹ 50 ਗ੍ਰਾਮ ਹੈ ਜਾਂ 100 ਗ੍ਰਾਮ ਹੈ। ਤੋਲ ਕੇ ਤੇ ਸੋਨਾ ਵੱਖਰਾ ਰੱਖ ਲਾ, ਪਰ ਇਹਨੂੰ ਦੱਸਣਾ ਨਹੀਂ ਲੜਕੇ ਨੂੰ ਵੀ ਜਿਹੜਾ ਤੈਨੂੰ ਮੈਂ ਅੱਜ ਸੋਨਾ ਦਿੱਤਾ ਹੈ ਤੋਲਿਆ ਹੋਇਆ। ਜਿਵੇਂ ਪਹਿਲਾਂ ਬਿਨ ਤੋਲਿਆ ਹੀ ਦੇਣਾ ਸੋਨਾ, ਅੱਜ ਵੀ ਸੋਨਾ ਇਹਨੂੰ ਇਸ ਤਰ੍ਹਾਂ ਦੇ ਵੀ ਇਹਨੂੰ ਪਤਾ ਲੱਗੇ ਵੀ ਤੋਲਿਆ ਨਹੀਂ, ਪਰ ਹੋਵੇ ਪਹਿਲਾਂ ਤੋਲਿਆ। ਚੰਗੀ ਤਰ੍ਹਾਂ ਸੋਨਾ ਤੋਲ ਕੇ ਉਹਨੂੰ ਕਾਪੀ ਕਾਗਜ਼ ਤੇ ਲਿਖ ਲਾ ਵੀ ਇੰਨਾ ਸੋਨਾ ਹੈ, ਇੰਨੇ ਭਾਰ ਵਿੱਚ ਹੈ। ਉਹ ਸੋਨੇ ਨੂੰ ਵੱਖਰਾ ਰੱਖ ਦੇ। ਜਦੋਂ ਇਹ ਲੜਕਾ ਆਵੇ ਇਹਨੂੰ ਕਹਿ ਵੀ ਉਹ ਸਾਹਮਣੇ ਪਿਆ ਤੇ ਤੂੰ ਚੱਕ ਕੇ ਲੈ ਜਾ ਤੇ ਗਹਿਣਾ ਬਣਾ, ਪਰ ਇਹਨੂੰ ਪਤਾ ਨਾ ਲੱਗੇ ਵੀ ਆਪਾਂ ਤੋਲਿਆ ਹੋਇਆ ਹੈ। ਇਹ ਮਹਾਰਾਜ ਨੇ ਬਚਨ ਖਜ਼ਾਨਚੀ ਨੂੰ ਆਖੇ ਹਨ। 20 ਦੀਨ ਦਿਨਾਰ ਤਿਸ ਕੈ ਕਟਕ ਕਢਾਏ। ਸਤਿਗੁਰੂ ਪਾਤਸ਼ਾਹ ਦਾ ਬਚਨ ਮੰਨ ਕੇ ਜਿਹੜਾ ਖਜ਼ਾਨਚੀ ਸੀ ਉਹਨੇ 20 ਮੋਹਰਾਂ
ਸੋਨੇ ਦੀਆਂ ਖਜ਼ਾਨੇ ਵਿੱਚੋਂ ਕੱਢੀਆਂ ਤੇ 20 ਮੋਹਰਾਂ ਦਾ ਉਹਨੇ ਤੋਲ ਕਰ ਲਿਆ ਵੀ ਇਹ 20 ਮੋਹਰਾਂ ਜਿਹੜੀਆਂ ਨੇ ਕਿੰਨੇ ਭਾਰ ਵਿੱਚ ਨੇ। ਉਹਨਾਂ ਦਾ ਭਾਰ ਤੋਲ ਕੇ ਆਪਣੇ ਕੰਡੇ ਦੇ ਉੱਪਰ ਤੇ ਕਾਗਜ਼ ਦੇ ਉੱਪਰ ਲਿਖ ਕੇ ਉਹਨੇ ਰੱਖ ਲਿਆ ਵੀ ਇਹ 20 ਮੋਹਰਾਂ ਜਿਹੜੀਆਂ ਇੰਨੇ ਭਾਰ ਦੀਆਂ ਨੇ, ਤੇ ਮੋਹਰਾਂ ਰੱਖ ਦਿੱਤੀਆਂ ਪਾਸੇ। ਇਹ ਲੜਕਾ ਆ ਗਿਆ ਅਗਲੇ ਦਿਨ, ਕਹਿਣ ਲੱਗਾ ਜੀ ਲਿਆਓ ਸੋਨਾ ਦਿਓ ਤੇ ਮੈਂ ਗਹਿਣਾ ਬਣਾ ਕੇ ਦੇਵਾਂ। ਉਹ ਖਜ਼ਾਨਚੀ ਕਹਿਣ ਲੱਗਾ ਵੀ ਉਹ ਜਿਹੜੇ ਸਾਹਮਣੇ ਸੋਨਾ ਪਿਆ ਹੋਇਆ ਨਾ ਤੇਰੇ ਵਾਸਤੇ ਹੀ ਹੈ, ਜਾ ਲੈ ਜਾ ਤੇ ਇਹਦਾ ਗਹਿਣਾ ਬਣਾ। ਕਹਿਣ ਲੱਗੇ ਵੀ ਲੜਕੇ ਨੇ ਉਹ ਤੋਲੀਆਂ ਹੋਈਆਂ ਅੱਜ ਮੋਹਰਾਂ, ਭਾਰ ਉਹਨਾਂ ਦਾ ਤੋਲਿਆ ਹੋਇਆ ਤੇ ਇਸ ਲੜਕੇ ਨੇ ਲੈ ਲਈਆਂ ਹਨ। ਤਿਆਰ ਕਰਿਓ ਜਬ ਲਿਆਏ ਤਹ ਪ੍ਰਭ ਨਿਕਟ ਮੰਗਾਏ। ਤੇ ਉਹ ਜਦੋਂ ਤਿਆਰ ਕੀਤਾ ਨਾ ਗਹਿਣਾ ਤੇ ਇਸ ਨੇ ਦੱਸਿਆ, ਕਹਿਣ ਲੱਗਾ ਜੀ ਤਿਆਰ ਹੋ ਗਿਆ। ਖਜ਼ਾਨਚੀ ਦੇ ਕੋਲ ਜਮ੍ਹਾਂ ਕਰਾਉਣ ਵਾਸਤੇ ਲਿਆਇਆ ਵੀ ਲਓ ਜੀ ਤੁਸੀਂ ਮੈਨੂੰ ਮੋਹਰਾਂ ਦਿੱਤੀਆਂ ਸੀ, ਮੈਂ ਤੁਹਾਡਾ ਗਹਿਣਾ ਬਣਾ ਕੇ ਲੈ ਆਇਆ। ਤੇ ਖਜ਼ਾਨਚੀ ਕਹਿਣ ਲੱਗਾ ਵੀ ਇਹ ਗਹਿਣਾ ਮੇਰੇ ਕੋਲ ਨਹੀਂ, ਇਹ ਗਹਿਣਾ ਹੁਣ 10ਵੇਂ ਗੁਰੂ ਦੇ ਕੋਲ ਲੈ ਚੱਲ। ਮਹਾਰਾਜ ਨੇ ਆਖਿਆ ਵੀ ਜਦੋਂ ਐਤਕੀ ਗਹਿਣਾ ਬਣਾ ਕੇ ਲਿਆਵੇਂ ਤੇ ਉਹ ਗਹਿਣਾ ਜਿਹੜਾ ਹੈ ਉਹ ਮੇਰੇ ਕੋਲ ਲਿਆਂਦਾ ਜਾਵੇ, ਗੁਰੂ ਦਾ ਬਚਨ ਹੈ। ਉਹ ਗੁਰੂ ਕਾ ਖਜ਼ਾਨਚੀ ਜਿਹੜਾ ਨਾ ਗੁਰਮੁਖੋ ਇਸ ਲੜਕੇ ਨੂੰ ਨਾਲ ਲੈ ਕੇ ਜਿੱਥੇ ਮਹਾਰਾਜ ਬੈਠੇ ਸਨ ਉੱਥੇ ਇਸ ਲੜਕੇ ਨੂੰ ਨਾਲ ਲੈ ਕੇ ਆ ਗਿਆ ਹੈ। ਤੋਲੇ ਧਾਰ ਕਰ ਤੁਲਾ ਪਰ ਭਈ ਮੋਹਰ 17। ਸਤਿਗੁਰੂ ਪਾਤਸ਼ਾਹ ਮਹਾਰਾਜ ਕਹਿੰਦੇ ਭਾਈ ਤੋਲੋ ਹਾਂ, ਜਿਹੜਾ ਇਹ ਗਹਿਣਾ ਲੈ ਕੇ ਆਇਆ ਨਾ ਸੰਗਤ ਵਿੱਚ ਸਤਿਗੁਰੂ ਬੈਠੇ ਹੋਏ। ਲੜਕਾ ਗਹਿਣਾ ਬਣਾ ਕੇ ਲਿਆਇਆ, ਪੂਰਾ ਇਤਬਾਰ ਬਣਿਆ ਹੋਇਆ ਵੀ ਇਹ ਵਾਧਾ ਘਾਟਾ ਕੋਈ ਨਹੀਂ ਕਰਦਾ ਹੈ। ਜਦੋਂ ਸਤਿਗੁਰਾਂ ਨੇ ਕਿਹਾ ਵੀ ਤੋਲੋ ਤੇ ਮਹਾਰਾਜ ਦਾ ਹੁਕਮ ਮੰਨ ਕੇ ਜਿਹੜਾ ਖਜ਼ਾਨਚੀ ਸੀ ਉਹ ਕੰਡਾ ਲੈ ਆਇਆ, ਕੰਡੇ ਤੇ ਤੋਲਿਆ। ਉਹ ਜਿਹੜਾ ਸੋਨਾ ਹੈ ਨਾ ਗੁਰਮੁਖੋ ਉਹ 17 ਭਾਰ ਹੋਇਆ। ਜਿੰਨਾ ਭਾਰ ਉਹਨਾਂ ਮੋਹਰਾਂ ਦਾ ਸੀ ਨਾ ਜਿਹੜੀਆਂ ਲੈ ਕੇ ਗਿਆ, ਮੋਹਰਾਂ 20 ਮੋਹਰਾਂ ਲੈ ਕੇ ਗਿਆ, ਤੇ ਜਿੰਨਾ 20 ਮੋਹਰਾਂ ਦਾ ਭਾਰ ਸੀ ਜਦੋਂ ਵਾਪਸ ਲੈ ਕੇ ਆਇਆ ਤੇ ਉਹ 17 ਮੋਹਰਾਂ ਦਾ ਭਾਰ ਰਹਿ ਗਿਆ ਤੇ 3 ਮੋਹਰਾਂ ਦਾ ਵਿੱਚੋਂ ਭਾਰ ਗਾਇਬ ਹੋ ਗਿਆ। 3 ਮੋਹਰਾਂ ਵਿੱਚ ਨਹੀਂ ਰਲਦੀਆਂ ਪਈਆਂ। ਹੁਣ ਲੜਕੇ ਨੂੰ ਇਹ ਤੇ ਪਤਾ ਨਹੀਂ ਨਾ ਵੀ ਮਹਾਰਾਜ ਨੇ ਮੈਨੂੰ ਤੋਲ ਕੇ ਦਿੱਤਾ ਹੈ ਤੇ ਇਹ ਹੁਣ ਦੁਬਾਰਾ ਫਿਰ ਤੁਲੇਗਾ। ਉਹ ਇਸੇ ਹਿਸਾਬ ਦੇ ਨਾਲ ਹੀ ਆਇਆ ਵੀ ਪਹਿਲਾਂ ਵੀ ਮੈਨੂੰ ਇਸ ਤਰ੍ਹਾਂ ਹੀ ਦਿੰਦੇ ਤੇ ਜਮ੍ਹਾਂ ਕਰ ਲੈਂਦੇ, ਪਰ ਅੱਜ ਜਦੋਂ ਤੋਲਿਆ ਗਿਆ ਉਹ ਸੋਨਾ ਜਿਹੜਾ ਹੈ ਜਿੰਨਾ 20 ਮੋਹਰਾਂ ਦਾ ਭਾਰ ਹੁੰਦਾ, ਉਹ ਖਜ਼ਾਨਚੀ ਨੇ ਕਾਪੀ ਤੇ ਲਿਖਿਆ ਹੋਇਆ ਕਾਗਜ਼ ਦੇ ਉੱਪਰ ਵੀ ਇੰਨਾ ਭਾਰ ਦਾ ਮੈਂ ਸੋਨਾ ਦਿੱਤਾ। ਜਦੋਂ ਵਾਪਸ ਆਇਆ ਗਹਿਣੇ ਨੂੰ ਫਿਰ ਤੋਲਿਆ, ਉਹਦਾ ਜਿਹੜਾ ਭਾਰ ਬਣਿਆ ਉਹ 17 ਮੋਹਰਾਂ ਦਾ ਬਣਿਆ ਤੇ 3 ਮੋਹਰਾਂ ਵਿੱਚ 3 ਮੋਹਰਾਂ ਦਾ ਜਿੰਨਾ ਭਾਰ ਹੁੰਦਾ ਇੰਨਾ ਸੋਨਾ ਵਿੱਚੋਂ ਘਟ ਗਿਆ ਜਦੋਂ ਉਸ ਵੇਲੇ ਤੁਲਾਈ ਹੋਈ ਹੈ। ਸਕਲ ਬਿਭੂਖਨ ਤੋਲੀਐ ਗੁਰਬਾ ਕੇ ਉਚਾਰਾ। ਸਤਿਗੁਰੂ ਪਾਤਸ਼ਾਹ ਮਹਾਰਾਜ ਫਿਰ ਬੋਲੇ, ਕਹਿਣ ਲੱਗੇ ਖਜ਼ਾਨਚੀ ਜਿੰਨਾ ਇਹ ਗਹਿਣਾ ਬਣਾ ਕੇ ਲਿਆ ਨਾ ਸਾਰਾ ਹੀ ਤੋਲੋ। ਇਹਦੇ ਮਨ ਵਿੱਚ ਕੋਈ ਸ਼ੱਕ ਭਰਮ ਨਾ ਰਹਿ ਜਾਵੇ ਵੀ ਮਹਾਰਾਜ ਮੁੰਦਰੀ ਘਰੇ ਰਹਿ ਗਈ ਹੈ ਜਾਂ ਮਾੜਾ ਮੋਟਾ ਹੋਰ ਗਹਿਣਾ ਕੋਈ ਘਰੇ ਰਹਿ ਗਿਆ, ਉਹ ਤੇ ਤੁਸੀਂ ਵਿੱਚ ਤੋਲਿਆ ਹੀ ਨਹੀਂ। ਸਤਿਗੁਰੂ ਕਹਿੰਦੇ ਵੀ ਜਿੰਨਾ ਇਹਨੇ ਗਹਿਣਾ ਬਣਾਇਆ ਹੈ ਵੱਡਾ ਛੋਟਾ ਉਹ ਸਾਰਾ ਇੱਕੇ ਵਾਰੀ ਤੋਲੋ, ਬਰਾਬਰ ਸਾਰਿਆਂ ਦਾ ਇਹ ਜਿਹੜਾ ਜੋਖੋ ਇਹਨੂੰ ਇਹਦੇ ਵੇਟ ਨੂੰ ਬਰਾਬਰ ਕਰੋ। ਜਿੰਨੇ ਗਹਿਣੇ ਬਣਾਏ ਨੇ ਕੱਲਾ ਕੱਲਾ ਨਹੀਂ ਵੀ ਪਹਿਲਾਂ ਛਾਪ ਤੋਲ ਲਈ ਹੈ ਤੇ ਫਿਰ ਕੜਾ ਤੋਲ ਲਿਆ ਤੇ ਫਿਰ ਇਹ ਤੋਲ ਲਿਆ, ਨਹੀਂ ਸਾਰਾ ਸੋਨਾ ਇੱਕੇ ਥਾਂ ਤੇ ਹੀ ਪਾ ਦਿਓ, ਇਕੱਠਾ ਕਰਕੇ ਪਾ ਕੇ ਤੇ ਫਿਰ ਉਸ ਦੇ ਇਕੱਠੇ ਦਾ ਭਾਰ ਜਿਹੜਾ ਹੈ ਉਹ ਜੁਖਣਾ ਕਰੋ। ਪੁਸ਼ਪਾਨ ਹਜ਼ੂਰ ਮੈਂ ਤੋਲੇ ਜਿਸ ਕਾਲਾ। ਉਸ ਵੇਲੇ ਖਜ਼ਾਨਚੀ ਨੇ ਮੰਨਿਆ ਬਚਨ, ਕਹਿਣ ਲੱਗਾ ਮਹਾਰਾਜ ਠੀਕ ਹੈ ਫਿਰ ਆਪਾਂ ਇਸੇ ਤਰ੍ਹਾਂ ਕਰ ਲੈਂਦੇ। ਜਿਹੜੇ ਪਹਿਲਾਂ ਵੀ ਇਹਨੇ ਗਹਿਣੇ ਬਣਾਏ ਸਨ ਮਹਾਰਾਜ ਨੇ ਉਹ ਵੀ ਮੰਗਾ ਲਿਆ, ਕਹਿੰਦੇ ਸਾਰੇ ਹੀ ਲਿਆਓ ਤੇ ਇਕੱਠੇ ਲਿਆ ਕੇ ਤੋਲੋ। ਤੇ ਖਜ਼ਾਨਚੀ ਗਿਆ ਦੌੜਿਆ ਤੇ ਉਹ ਖਜ਼ਾਨੇ ਵਿੱਚ ਜਮ੍ਹਾਂ ਹੋਇਆ ਸੋਨਾ ਲਿਖਿਆ ਹੋਇਆ ਵਹੀ ਖਾਤਿਆਂ ਦੇ ਉੱਪਰ ਵੀ ਇੰਨਾ ਗਹਿਣਾ ਬਣ ਕੇ ਆਇਆ ਤੇ ਉਹ ਸਾਰਾ ਸੋਨਾ ਲਿਆ ਕੇ ਜਿੱਥੇ ਕੰਡਾ ਰੱਖਿਆ ਹੋਇਆ ਮਹਾਰਾਜ ਦੇ ਸਾਹਮਣੇ ਸਾਰਾ ਲਿਆ ਕੇ ਉਹਦੇ ਵਿੱਚ ਪਾਇਆ ਹੈ। ਸਰਵ ਘਟੇ ਕੰਪੂਰ ਹੋਏ ਜੋ ਹੇਮ ਨਿਕਾਲਾ। ਸਤਿਗੁਰੂ ਪਾਤਸ਼ਾਹ ਮਹਾਰਾਜ ਦੇ ਜਦੋਂ ਸਾਹਮਣੇ ਉਸ ਨੂੰ ਤੋਲਿਆ ਗਿਆ, ਕਹਿਣ ਲੱਗੇ ਸਰਬ ਘਟੇ। ਆਪਾਂ ਤੇ ਬਚਨ ਇਹ ਸਰਵਣ ਕਰ ਰਹੇ ਹਾਂ ਵੀ ਉਹ 20 ਮੋਹਰਾਂ ਲੈ ਕੇ ਗਿਆ ਤੇ 17 ਮੋਹਰਾਂ ਦਾ ਸੋਨਾ ਵਾਪਸ ਆਇਆ ਤੇ 3 ਮੋਹਰਾਂ ਦਾ ਘਟ ਗਿਆ। ਪਰ ਗੁਰਮੁਖੋ ਇਹ ਤੇ ਅੱਜ ਦੇ ਦਿਨ ਦੀ ਗੱਲ ਹੈ ਵੀ ਜਿਹੜਾ ਇਸ ਵਾਰੀ ਲੈ ਕੇ ਆਇਆ ਉਹ ਘਟਿਆ ਹੈ। ਜਦੋਂ ਮਹਾਰਾਜ ਨੇ ਆਖਿਆ ਵੀ ਸਾਰਾ ਹੀ ਤੋਲੋ, ਸਾਰਾ ਤੋਲਿਆ ਤੇ ਸਾਰੇ ਵਿੱਚੋਂ ਹੀ ਘਾਟਾ ਨਿਕਲ ਆਇਆ। ਕਿਸੇ ਵਿੱਚ 2 ਮੋਹਰਾਂ ਘਟਦੀਆਂ, ਕਿਸੇ ਵਿੱਚੋਂ 4 ਮੋਹਰਾਂ ਦਾ ਭਾਰ ਘਟਦਾ, ਕਿਸੇ ਵਿੱਚੋਂ 1 ਮੋਹਰ ਦਾ ਭਾਰ ਘਟਦਾ। ਕਹਿਣ ਤੋਂ ਭਾਵ ਇਹ ਹੈ ਵੀ ਉਸਨੇ ਹਰੇਕ ਗਹਿਣੇ ਵਿੱਚ ਆਪਣਾ ਟੰਕਾ ਰੱਖਿਆ ਹੋਇਆ ਵੀ ਇੰਨਾ ਮੇਰਾ ਵਿੱਚ ਬਣਦਾ ਹੈ। ਹੁਣ ਸਤਿਗੁਰੂ ਪਾਤਸ਼ਾਹ ਨੇ ਜਦੋਂ ਤੁਲਵਾਇਆ ਕਹਿ ਕੇ ਕਹਿੰਦੇ ਤੋਲੋ ਲਿਆ ਕੇ ਭਾਈ ਇਹਦੇ ਸਾਰੇ ਗਹਿਣੇ। ਜਦੋਂ ਤੋਂ ਇੱਥੇ ਆਇਆ ਗੁਰੂ ਘਰ ਦੇ ਵਿੱਚ, ਜਦੋਂ ਤੋਂ ਇਹ ਗਹਿਣੇ ਬਣਾਉਣ ਲੱਗਾ ਹੈ
ਉਦੋਂ ਦਾ ਸਾਰਾ ਇਹਦਾ ਜਿਹੜਾ ਹਿਸਾਬ ਕਿਤਾਬ ਹੈ ਤੋਲ ਤਲਈਏ ਦਾ ਪੂਰਾ ਕੀਤਾ ਜਾਵੇ। ਮਹਾਰਾਜ ਦਾ ਬਚਨ ਮੰਨ ਕੇ ਸਤਿਗੁਰਾਂ ਦੇ ਖਜ਼ਾਨਚੀ ਸਿੰਘ ਖਜ਼ਾਨੇ ਵਿੱਚੋਂ ਸੋਨਾ ਲਿਆ ਕੇ ਸਾਰੇ ਸੋਨੇ ਦੇ ਗਹਿਣੇ ਤੋਲੇ ਗਏ। ਸਾਰਿਆਂ ਨੂੰ ਤੋਲ ਕੇ ਵਹੀ ਖਾਤੇ ਵਿੱਚ ਲਿਖਿਆ ਗਿਆ ਵੀ ਇੰਨਾ ਤੋਲ ਹੋਇਆ। ਫਿਰ ਮਹਾਰਾਜ ਕਹਿਣ ਲੱਗੇ ਵੀ ਜਿਹੜਾ ਇਹ ਸੋਨਾ ਲੈ ਕੇ ਗਿਆ ਹੁਣ ਉਹਦਾ ਜੋੜ ਕੀਤਾ ਜਾਵੇ। ਜਦੋਂ ਉਹਦਾ ਜੋੜ ਕੀਤਾ ਗਿਆ ਤੇ ਜੋੜ ਇੱਕ ਦੂਜੇ ਦੇ ਨਾਲ ਮਿਲਾਇਆ ਗਿਆ ਉਹਦੇ ਭਾਰ ਦਾ, ਤੇ ਕਹਿਣ ਲੱਗੇ ਬਹੁਤ ਵੱਡਾ ਫਰਕ ਨਿਕਲ ਆਇਆ। ਆਪਾਂ ਕਹਿ ਲਈਏ ਵੀ ਅੱਧੋ ਅੱਧ ਦਾ ਹੀ ਫਰਕ ਇਹਦੇ ਗਹਿਣਿਆਂ ਵਿੱਚੋਂ ਤੇ ਲੈ ਕੇ ਗਏ ਸੋਨੇ ਵਿੱਚੋਂ ਨਿਕਲ ਆਇਆ। ਤੇ ਸਤਿਗੁਰੂ ਪਾਤਸ਼ਾਹ ਇਹ ਸਭ ਕੁਝ ਆਪਣੀਆਂ ਅੱਖਾਂ ਦੇ ਸਾਹਮਣੇ ਵੇਖਦੇ ਪਏ ਔਰ ਕਰਵਾਉਂਦੇ ਪਏ। ਮਹਾਰਾਜ ਸਾਹਿਬ ਜੀਆਂ ਦਾ ਬਚਨ ਹੈ, ਸਦ ਸੁਣਦਾ ਸਦ ਵੇਖਦਾ ਕਿਉਂ ਮੁਕਰ ਪਿਆ ਜਾਏ। ਗੁਰੂ ਹਮੇਸ਼ਾ ਵੇਖਦਾ ਹੈ। ਸੋ ਉਸ ਵੇਲੇ ਮਹਾਰਾਜ ਨੇ ਪਹਿਲਾਂ ਹੀ ਇਹਨੂੰ ਕਿਹਾ ਸੀ ਵੀ ਜਿਹਦੇ ਵਿੱਚ ਬੜਾ ਸੋਹਣਾ ਗੁਣ ਹੋਵੇ ਨਾ ਉਹਦੇ ਵਿੱਚ ਔਗਣ ਵੀ ਜ਼ਰੂਰ ਹੁੰਦਾ ਹੈ। ਜਦੋਂ ਇਹਨੇ ਗਹਿਣਾ ਬਣਾ ਕੇ ਵਿਖਾਇਆ ਤੇ ਗਹਿਣਾ ਬੜਾ ਸੋਹਣਾ ਬਣਾਇਆ, ਮਹਾਰਾਜ ਜਾਣ ਗਿਆ ਵੀ ਇਹ ਬੰਦਾ ਬੜਾ ਚੰਟ ਤੇ ਚਲਾਕ ਹੈ, ਜਿਹਨੇ ਇੰਨਾ ਸੋਹਣਾ ਗਹਿਣਾ ਘੜ ਦਿੱਤਾ। ਜਿਹੜਾ ਇੰਨਾ ਚਲਾਕ ਹੋਵੇਗਾ ਉਹ ਕੁਝ ਨਾ ਕੁਝ ਤੇ ਵਾਧਾ ਘਾਟਾ ਕਰੇਗਾ। ਤੇ ਸਤਿਗੁਰੂ ਪਾਤਸ਼ਾਹ ਨੇ ਪੁੱਛਿਆ, ਕਹਿਣ ਲੱਗਾ ਜੀ ਨਹੀਂ, ਮੈਂ ਇਹਨਾਂ ਸਾਰੀਆਂ ਗੱਲਾਂ ਤੋਂ ਬਚਿਆ ਹੋਇਆ, ਮੈਂ ਇਹ ਕੁਝ ਨਹੀਂ ਕੀਤਾ ਹੈ। ਤੇ ਸਤਿਗੁਰੂ ਕਹਿਣ ਲੱਗੇ ਠੀਕ ਹੈ, ਨੌਕਰੀ ਮਿਲ ਗਈ, ਨੌਕਰੀ ਕਰਦਾ ਪਿਆ, ਤੋਲਦਾ ਪਿਆ, ਬਣਾਉਂਦਾ ਪਿਆ। ਕਈ ਮਹੀਨੇ ਲੰਘ ਗਏ ਪਰ ਸਤਿਗੁਰੂ ਤੇ ਜਾਣੀ ਜਾਣ। ਪਿੱਛੇ ਆਪਾਂ ਇੱਕ ਸਾਖੀ ਸਰਵਣ ਕੀਤੀ ਹੈ ਕਿ ਬੰਗਲਾਦੇਸ਼ ਦੇ ਵਿੱਚੋਂ ਇੱਕ ਬਲਾਕੀ ਦਾਸ ਨਾਮ ਦਾ ਮਹੰਤ ਸੀ, ਬਹੁਤ ਵੱਡਾ। ਮਹਾਰਾਜ ਦੇ ਵਾਸਤੇ ਸੋਨੇ ਦੀ ਪਾਲਕੀ ਬਣਾ ਕੇ ਲਿਆਇਆ। ਸੋਨੇ ਦੀ ਪਾਲਕੀ ਬਣਾਈ, ਸਾਰੇ ਇਲਾਕੇ ਦੀ ਸੰਗਤ ਦਾ ਪੈਸਾ ਇਕੱਠਾ ਕਰਕੇ, ਜਿਹੜਾ ਹਜ਼ਾਰਾਂ ਦੇ ਵਿੱਚ ਹੋਇਆ ਇਕੱਠਾ, ਤੇ ਕਹਿਣ ਲੱਗਾ ਮਹਾਰਾਜ ਜਿੰਨੀ ਮਾਇਆ ਇਕੱਠੀ ਹੋਈ ਸਾਰੀ ਮੈਂ ਪਾਲਕੀ ਤੇ ਲਾ ਦਿੱਤਾ, ਸੋਨਾ ਹੀ। ਤੇ ਮਹਾਰਾਜ ਕਹਿੰਦੇ ਮਾਇਆ ਕਿੰਨੀ ਇਕੱਠੀ ਹੋਈ? ਇਹਨੇ ਹਜ਼ਾਰਾਂ ਵਿੱਚ ਦੱਸਿਆ। ਕਹਿੰਦੇ ਸੋਨਾ ਕਿੰਨਾ ਬਣਾਇਆ? ਕਹਿਣ ਲੱਗਾ ਵੀ ਇਹਨਾਂ ਜਿੰਨੀ ਮਾਇਆ ਸੀ ਓਨਾ ਹੀ ਇਹਨੇ ਸੋਨਾ ਦੱਸਿਆ ਵੀ ਇੰਨਾ ਸੋਨਾ ਮੈਂ ਬਣਾ ਕੇ ਪਾਲਕੀ ਤੇ ਲਾ ਦਿੱਤਾ। ਤੇ ਮਹਾਰਾਜ ਕਹਿੰਦੇ ਠੀਕ ਹੈ। ਸਤਿਗੁਰਾਂ ਦੀ ਉਮਰਾਂ ਛੋਟੀ ਹੈ, 4-5 ਸਾਲ ਦੀ। ਮਹਾਰਾਜ ਨੇ ਹੁਕਮ ਦਿੱਤਾ, ਕਹਿਣ ਲੱਗੇ ਇਸ ਪਾਲਕੀ ਨੂੰ ਅੱਗ ਲਾ ਦਿਓ। ਸਾਰੇ ਹੈਰਾਨ ਹੋ ਗਿਆ ਵੀ ਸੋਹਣੀ ਪਾਲਕੀ ਨੂੰ ਅੱਗ ਕਿਉਂ ਲਾਉਣੀ ਹੈ? ਪਰ ਮਹਾਰਾਜ ਦਾ ਹੁਕਮ ਹੈ, ਅੱਗ ਲਾਈ ਗਈ, ਸਾਰੀ ਪਾਲਕੀ ਸੜ ਗਈ। ਜਦੋਂ ਸੜ ਗਈ ਤੇ ਮਹਾਰਾਜ ਕਹਿੰਦੇ ਹੁਣ ਇਹਦੇ ਵਿੱਚੋਂ ਸੋਨਾ ਲੱਭ ਕੇ ਲਿਆਓ। ਜਦੋਂ ਉਸ ਦੀ ਰਾਖ ਨੂੰ, ਸਵਾਹ ਨੂੰ ਛਾਣਿਆ ਗਿਆ ਨਾ, ਉਹਦੇ ਵਿੱਚੋਂ ਸੋਨਾ ਨਿਕਲਿਆ। ਤੇ ਸੋਨੇ ਦਾ ਤੋਲ ਕੀਤਾ, ਉਹ ਕੁਝ ਵੀ ਨਾ ਨਿਕਲਿਆ। ਜਿੰਨਾ ਉਹਨੇ ਦੱਸਿਆ ਨਾ 10% ਵੀ ਨਾ ਨਿਕਲਿਆ। ਤੇ 90% ਉਹਦੇ ਵਿੱਚੋਂ ਕੇਵਲ ਝੂਠ ਹੀ ਬੋਲਿਆ ਗਿਆ, ਲੱਗਾ ਨਹੀਂ। ਮਹਾਰਾਜ ਕਹਿਣ ਲੱਗੇ ਤੂੰ ਤੇ ਆਖਿਆ ਵੀ ਇੰਨਾ ਸੋਨਾ ਲੱਗਾ ਤੇ ਨਿਕਲਿਆ ਇਹਦੇ ਵਿੱਚੋਂ ਇੰਨਾ, ਕਿਉਂਕਿ ਸੋਨਾ ਸੜਦਾ ਨਹੀਂ ਹੈ। ਲੱਕੜ ਸੜ ਜਾਂਦੀ ਹੈ, ਸੋਨਾ ਸੜਦਾ ਨਹੀਂ, ਉਹਨੇ ਦਾ ਉਨਾ ਹੀ ਰਹਿੰਦਾ ਹੈ। ਮਹਾਰਾਜ ਕਹਿੰਦੇ ਵੀ ਇਹ ਕਿੱਧਰ ਗਿਆ? ਫਿਰ ਉਸਨੇ ਆਪਣੀ ਗਲਤੀ ਨੂੰ ਮੰਨਿਆ ਵੀ ਮਹਾਰਾਜ ਵੀ ਮੈਂ ਇਹ ਕੀਤਾ ਹੈ ਕਾਰਜ। ਇੱਥੇ ਲੜਕਾ ਹੈ। ਮਹਾਰਾਜ ਕਹਿਣ ਲੱਗੇ ਵੀ ਲਿਆ ਤੇਰਾ ਤੋਲੀਏ। ਜਦੋਂ ਤੋਲਿਆ ਤੇ ਉਸ ਵੇਲੇ ਘੱਟ ਨਿਕਲਿਆ। ਤੇ ਫਿਰ ਉਸ ਵੇਲੇ ਸ਼੍ਰੀ ਕਲਗੀਧਰ ਤਬ ਕਹਿਓ ਲੜਕੇ ਤੈਂ ਭਾਖਾ। ਸਤਿਗੁਰੂ ਪਾਤਸ਼ਾਹ ਉਸ ਵੇਲੇ ਨਾ ਲੜਕੇ ਨੂੰ ਕਹਿਣ ਲੱਗੇ, ਕਹਿੰਦੇ ਹੁਣ ਭਾਈ ਇਹ ਤੇਰਾ ਸੋਨਾ ਅਸੀਂ ਤੋਲਿਆ ਹੈ, ਇਹ ਘੱਟ ਨਿਕਲਿਆ ਹੈ। ਜਦੋਂ ਇਹ ਬਚਨ ਕੀਤੇ ਤੇ ਉਹ ਲੜਕਾ ਮਹਾਰਾਜ ਦੇ ਸਾਹਮਣੇ ਖਲੋਤਾ ਹੋਇਆ, ਡਰਿਆ ਹੋਇਆ। ਹੁਣ ਮਹਾਰਾਜ ਇਹਨੂੰ ਕਿਹੜੇ ਕਿਹੜੇ ਬਚਨ ਕਰਦੇ ਨੇ, ਕੀ ਇੱਥੇ ਮਹਾਰਾਜ ਉਪਦੇਸ਼ ਦੇਣਗੇ, ਕਿਹੜਾ ਬਚਨ ਕਰਨਗੇ? ਜਿਹੜਾ ਬਚਨ ਕੀਤਾ ਸੀ ਨਾ ਵੀ ਸਰਹੰਦ ਉਜੜ ਗਈ ਹੈ ਕਿ ਵਸਦੀ ਪਈ ਹੈ, ਉਹ ਵੀ ਬਚਨ ਮਹਾਰਾਜ ਇੱਥੇ ਬਖਸ਼ਿਸ਼ ਕਰਨਗੇ। ਉਹ ਆਪਾਂ ਕੱਲ ਦੇ ਦੀਵਾਨ ਵਿੱਚ ਸਰਵਣ ਕਰਾਂਗੇ। ਸਮੇਂ ਦੀ ਸਮਾਪਤੀ, ਭੁੱਲਾਂ ਦੀ ਮੁਆਫੀ। ਲੇਖਾ ਕਤਹਿ ਨਾ ਛੁਟੀਐ, ਖੈਨ ਭੁੱਲਣ ਹਾਰ। ਹਾਰ ਬਖਸ਼ ਲੈ, ਨਾਨਕ ਪਾਰੇ ਉਤਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਬਾਹਰ ਕੁਝ ਚਾਦਰਾਂ ਧੋਣ ਵਾਲੀਆਂ ਪਈਆਂ ਹੋਈਆਂ, ਜਿਨ੍ਹਾਂ ਸੰਗਤਾਂ ਨੇ ਸੇਵਾ ਕਰਨੀ ਹੈ ਉਹ ਲੈ ਕੇ ਜਾਣ ਦੀ ਕਿਰਪਾਲਤਾ ਕਰਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।